ਦਿਨ ਜੋ ਨਾਨਕ ਭਜੈ ਸਫਲ ਹੋਏ ਦੇਹ ਕਾਮ। ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਦੇਹ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਦ ਸ਼ਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਰਬੰਸ ਦਾਨੀ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨ ਛੂਹ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂ ਸਰ ਸ੍ਰੀ ਜਾਮਨੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਹਾਜ਼ਰੀ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਬਹੁਤ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਗੁਰੂ ਘਰ ਪਹੁੰਚ ਕੇ ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜਥੇ ਪਾਸੋਂ ਅੰਮ੍ਰਿਤਮਈ ਬਾਣੀ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਬਹੁਤ ਹੀ ਪਿਆਰ ਸ਼ਰਧਾ ਭਾਵਨਾ ਸਹਿਤ ਸਰਵਣ ਕੀਤੇ ਹਨ। ਜਿੱਥੇ ਸੰਗਤ ਜੀ ਆਪ ਜੀ ਕੀਰਤਨ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਸੀ, ਉੱਥੇ ਚੱਲ ਰਹੀ ਵਾਰਾਂ ਤੇ ਵਧੀਕ ਬਾਣੀ ਅੰਦਰੋਂ ਭੋਗ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ। ਕੱਲ੍ਹ ਦੇ ਦੀਵਾਨਾਂ ਤੱਕ ਆਪਾਂ ਨੇ ਜੋ ਸ਼ਲੋਕ ਨੰਬਰ 18 ਤੱਕ ਵਿਚਾਰ ਸਰਵਣ ਕੀਤੀ ਸੀ। ਅੱਜ 19 ਸ਼ਲੋਕ ਤੱਕ ਵਿਚਾਰ ਸਰਵਣ ਕੀਤੀ ਸੀ। ਅੱਜ 20ਵੇਂ ਸ਼ਲੋਕ ਦੀ ਵਿਚਾਰ ਅੱਜ ਦੇ ਦੀਵਾਨਾਂ 'ਚ ਆਪਾਂ ਨੇ ਸਰਵਣ ਕਰਨੀ ਹੈ। ਸਤਿਗੁਰਾਂ ਨੇ ਇਸ ਸ਼ਲੋਕ ਦੇ ਅੰਦਰ ਨਾਮ ਦੀ ਮਹਿਮਾ ਦੀ ਗੱਲ ਕੀਤੀ ਹੈ। ਨਾਮ ਜਪਣ ਨਾਲ ਕੀ ਹੁੰਦਾ ਹੈ, ਨਾਮ ਕਿਉਂ ਜਪਣਾ ਚਾਹੀਦਾ ਹੈ, ਬੜੇ ਪਿਆਰ ਨਾਲ ਆਪਾਂ ਨੇ ਸਮਝਣ ਦਾ ਯਤਨ ਕਰਨਾ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਈ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹੈ ਵੀ ਜਿਹੜੇ ਨਾਮ ਜਪਦੇ ਹੈ ਨਾ, ਉਹਨਾਂ ਦੇ ਅੰਦਰੋਂ ਹਰੇਕ ਤਰ੍ਹਾਂ ਦਾ ਡਰ ਦੂਰ ਹੋ ਜਾਂਦਾ ਹੈ। ਭੈ ਦਰ ਤੇ ਇੱਥੇ ਡਰ ਹੈ, ਹਰੇਕ ਤਰ੍ਹਾਂ ਦਾ ਡਰ। ਵੈਸੇ ਮਨੁੱਖ ਜਿਹੜਾ ਨਾ ਉਹ ਡਰ ਦੇ ਅੰਦਰ ਜਿਉਂਦਾ ਹੈ। ਮਹਾਰਾਜ ਨੇ ਬਹੁਤ ਜਗ੍ਹਾ ਤੇ ਸਾਨੂੰ ਕੱਲ ਪਰਸੋਂ ਵੀ ਆਪਾਂ ਨੇ ਬੇਨਤੀ ਕੀਤੀ, ਮਨੁੱਖ ਦਾ ਡਰ ਦੇ ਵਿੱਚ ਹੀ ਜਿਉਂਦਾ ਹੈ। ਕਿਸੇ ਨੂੰ ਮੌਤ ਦਾ ਡਰ ਹੈ, ਕਿਸੇ ਨੂੰ ਆਉਣ ਵਾਲੇ ਸਮੇਂ 'ਚ ਮੇਰੇ ਨਾਲ ਇਹ ਘਟਨਾ ਨਾ ਵਾਪਰ ਜੇ, ਭਾਣਾ ਨਾ ਵਾਪਰ ਜੇ, ਉਹ ਸਹਿਮ ਦੇ ਅੰਦਰ ਜਿਉਂ ਰਿਹਾ ਹੈ। ਜਾਂ ਜਿੱਥੇ ਵੀ ਜਿਉਂਦਾ ਹੈ
ਉਹ ਕਿਸੇ ਨਾ ਕਿਸੇ ਦੇ ਭੈ ਅੰਦਰ ਹੈ। ਕੋਈ ਕਿਤੇ ਨੌਕਰੀ ਕਰਦੇ ਉਹਨੂੰ ਅਫਸਰ ਦਾ ਡਰ ਹੈ, ਉਸ ਨੂੰ ਉਸ ਤੋਂ ਵੱਡੇ ਅਫਸਰ ਦਾ ਡਰ ਹੈ, ਉਸ ਨੂੰ ਉਸ ਤੋਂ। ਅਸੀਂ ਸਾਰੇ ਭੈ ਦੇ ਅੰਦਰ ਜਿਉਂਦੇ ਹਾਂ। ਰੱਬ ਦੇ ਗੁਣਾਂ ਦੀ ਅਸੀਂ ਪਿਛਲੇ ਦੀਵਾਨਾਂ 'ਚ ਗੱਲ ਕੀਤੀ ਸੀ ਵੀ ਰੱਬ ਦੇ ਅੰਦਰ ਦੋ ਵੱਡੇ ਗੁਣ ਨੇ, ਇੱਕ ਨਿਰਭੈਤਾ ਤੇ ਇੱਕ ਨਿਰਵੈਰਤਾ, ਜਿਹਨੂੰ ਨਿਰਭਉ ਤੇ ਨਿਰਵੈਰ ਮੂਲ ਮੰਤਰ ਦੇ ਅੰਦਰ ਸਤਿਗੁਰਾਂ ਨੇ ਕਿਹਾ ਹੈ। ਇਹ ਗੁਣ ਪ੍ਰਮਾਤਮਾ ਨੂੰ ਜਪਣ ਕਰਕੇ ਹੀ ਸਾਡੇ 'ਚ ਆ ਸਕਦੇ ਆ। ਰੱਬ ਦੇ ਗੁਣ ਰੱਬ ਨੂੰ ਜਪਿਆ ਹੀ ਸਾਡੇ ਅੰਦਰ ਆ ਸਕਦੇ ਆ। ਬਚਨ ਆਪਾਂ ਨੇ ਉਸ ਦਿਨ ਵਿਚਾਰੇ ਸਨ, ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਣ, ਭੈ ਨਾਸਣ ਦੁਰਮਤ ਹਰਨ। ਸਾਰੇ ਡਰ ਨਾਲ ਰੱਬ ਨਾਲ ਜੁੜਿਆ ਦੂਰ ਹੋ ਜਾਂਦੇ ਆ। ਹੁਣ ਨਾ ਹਾਲਤ ਇਹੋ ਜਿਹੀ ਹੈ ਸਾਡੀ ਵੀ ਮੰਨ ਲਓ ਬੱਚੇ ਕਿਸੇ ਦੇ ਅੱਜ ਚੰਗੇ ਵੀ ਹੈ, ਸਿਆਣੇ ਵੀ ਹੈ, ਪੜ੍ਹ ਵੀ ਰਹੇ ਹੈ, ਉਹ ਗੁਰੂ ਸਾਹਿਬ ਨਾਲ ਵੀ ਕਿਤੇ ਨਾ ਕਿਤੇ ਜੁੜੇ ਹੋਏ ਹੈ। ਮਾਂ ਪਿਓ ਫਿਰ ਵੀ ਡਰ 'ਚ ਹੈ। ਕਿਉਂ? ਕਾਰਨ ਇਹ ਹੈ ਵੀ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਵਾਪਰੇਗਾ। ਇਹ ਸਮਾਜ ਦੀ ਦਸ਼ਾ ਠੀਕ ਨਹੀਂ ਹੈ, ਸੰਸਾਰ ਠੀਕ ਨਹੀਂ, ਸਾਡਾ ਢਾਂਚਾ ਠੀਕ ਨਹੀਂ ਹੈ। ਜੇ ਆਪਾਂ ਪਾਸੇ ਵੇਖੀਏ ਬਹੁਤ ਬੁਰਾ ਹਾਲ ਹੈ ਸੰਸਾਰ ਦਾ। ਸਾਨੂੰ ਅੱਜ ਬੱਚੇ ਜੁੜੇ ਨੇ, ਚੰਗੇ ਨੇ, ਆਉਣ ਵਾਲੇ ਸਮੇਂ ਦਾ ਡਰ ਹੈ ਕਿਤੇ ਹੋਰ ਪਾਸੇ ਨੂੰ ਨਾ ਨਿਕਲ ਜਾਣ। ਬਹੁਤਾ ਕਾਰਨ ਵਿਦੇਸ਼ ਬੱਚਿਆਂ ਨੂੰ ਭੇਜਣ ਦਾ ਇਹ ਵੀ ਨਹੀਂ ਹੈ ਵੀ ਇੱਥੇ ਕੰਮ ਨਹੀਂ ਹੈ, ਜਾਂ ਦੂਸਰਾ ਤੀਸਰਾ ਵੀ ਇੱਥੇ ਉਹ ਕਿਹਦੀ ਹੁਣ 50 ਕਿੱਲੇ ਜ਼ਮੀਨੋਂ ਵੀ ਬਾਹਰ ਜਾਣਾ ਪਸੰਦ ਕਰਦਾ ਹੈ। ਕਿਤੇ ਨਾ ਕਿਤੇ ਮਾਂ ਪਿਓ ਨੂੰ ਡਰ ਹੈ ਵੀ ਬੱਚੇ ਹੁਣ ਘਰੇ ਤੇ ਸਾਰਾ ਦਿਨ ਬੈਠਣਗੇ ਨਹੀਂ, ਉਹਨਾਂ ਬਾਹਰ ਵੀ ਨਿਕਲਣਾ ਹੈ, ਉਹਨਾਂ ਨੇ ਮਿੱਤਰ ਦੋਸਤਾਂ ਦੇ ਵਿੱਚ ਵੀ ਵਿਚਰਨਾ ਹੈ, ਬਾਹਰ ਵੀ ਨਿਕਲਣਾ ਹੈ, ਸਾਰੀਆਂ ਥਾਵਾਂ ਤੇ ਦੁੱਖ ਸੁੱਖ ਦੇ, ਵੀ ਕਿਤੇ ਉਹ ਬੁਰੇ ਬੰਦਿਆਂ ਦਾ ਸੰਗ ਨਾ ਕਰ ਲੈਣ। ਡਰ 'ਚ ਹੈ ਮਾਂ ਪਿਓ ਇਸ ਗੱਲ ਤੋਂ ਵੀ ਬੱਚੇ ਕਿਸੇ ਦੂਸਰੇ ਪਾਸੇ ਨੂੰ ਨਾ ਚੱਲ ਪੈਣ। ਉਹ ਧੀ ਹੈ, ਕਿਸੇ ਦੀ ਪੁੱਤਰ ਹੈ। ਹਰੇਕ ਮਾਂ ਪਿਓ ਅੱਜ ਠੀਕ ਹੈ, ਅੱਜ ਕੁਝ ਨਹੀਂ ਹੈ, ਪਰ ਡਰ ਹੈ। ਮਹਾਰਾਜ ਇੱਥੇ ਬਚਨ ਕਹੇ ਜੇ ਵਾਹਿਗੁਰੂ ਨਾਲ ਜੁੜਾਂਗੇ ਹਰੇਕ ਤਰ੍ਹਾਂ ਦਾ ਡਰ ਸਾਡੇ ਅੰਦਰੋਂ ਦੂਰ ਹੋਏਗਾ। ਜੇ ਪੂਰਨ ਤੌਰ ਤੇ ਜੁੜ ਗਏ ਨਾ, ਫਿਰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਰਹਿੰਦੀ। ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ। ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਚਿੰਤਾ ਛੱਡ ਕੇ ਮਹਾਰਾਜ ਕਹਿੰਦੇ ਬੇਫਿਕਰ ਹੋ ਕੇ ਜੀਵਨ ਜਿਉਣਾ ਚਾਹੀਦਾ। ਦੂਸਰਾ ਡਰ ਹੈ ਮੌਤ ਦਾ। ਸੱਚੇ ਸਾਰੇ ਡਰਦੇ ਆ, ਮਰਨੇ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ। ਜਿਹੜੇ ਬਾਣੀ ਨੂੰ ਜਿਉਂਦੇ ਸਿਮਰਨ ਨਾਲ ਜੁੜ ਜਾਂਦੇ ਵੀ ਡਰ ਨਹੀਂ ਉਹਨਾਂ ਦੇ ਅੰਦਰ ਰਹਿੰਦਾ ਹੈ। ਕਿਸੇ ਨੂੰ ਅੱਗੇ ਉਹ ਜਮਦੂਤਾਂ ਦਾ ਡਰ ਹੈ, ਕਿਸੇ ਨੂੰ ਭੁੱਖ ਦਾ ਡਰ ਹੈ ਵੀ ਅੱਜ ਠੀਕ ਹੈ, ਜੇ ਕੱਲ੍ਹ ਨੂੰ ਹਰੇਕ ਬੰਦਾ ਅੱਜ ਨੌਕਰੀ ਹੈ, ਕੱਲ੍ਹ ਨੂੰ ਚਲੀ ਗਈ ਕੀ ਹੋਏਗਾ, ਕੱਲ੍ਹ ਨੂੰ ਕੀ ਹੋਏਗਾ, ਬੱਚੇ ਜਵਾਨ ਹੋ ਜਾਣਗੇ, ਕਿੱਥੋਂ ਆ ਸਾਰਾ ਕੁਝ। ਹਰੇਕ ਬੰਦਾ ਡਰ ਦੇ ਅੰਦਰ ਜ਼ਿੰਦਗੀ ਜਿਉ ਰਿਹਾ ਹੈ। ਸਤਿਗੁਰੂ ਕਹਿੰਦੇ ਜਿੰਨਾ ਚਿਰ ਨਿਰਭਉ ਨੂੰ ਜਪਦੇ ਨਹੀਂ ਉਹਨਾਂ ਚਿਰ ਭੈ ਰਹੇ ਤੁਸੀਂ ਕੋਈ ਨਹੀਂ ਹੋਣਾ। ਜਿੰਨਾ ਚਿਰ ਨਿਰਭਉ ਸਾਡੇ ਅੰਦਰ ਨਹੀਂ ਵਸਦਾ ਨਾ, ਉਹਨਾਂ ਚਿਰ ਅਸੀਂ ਭੈ 'ਚ ਜੀਵਨ ਜਿਉਵਾਂਗੇ। ਜਦੋਂ ਨਿਰਭਉ ਵਸ ਗਿਆ ਫਿਰ ਤੇ ਸਗਲ ਭਉ ਮਿਟੇ, ਸਾਰੇ ਡਰ ਹੀ ਦੂਰ ਹੋ ਜਾਂਦੇ ਆ। ਕਿਸੇ ਤਰ੍ਹਾਂ ਦੀ ਫਿਰ ਤੇ ਮਨੁੱਖ ਸਮਝਦਾ ਹੈ ਨਾ ਵੀ ਵਾਹਿਗੁਰੂ ਜੋ ਕਰ ਰਿਹਾ ਉਹ ਭਲਾ ਕਰ ਰਿਹਾ। ਅਸਲ ਦੇ ਅੰਦਰ ਨਾ ਜਿੱਦਣ ਇਹ ਗੱਲ ਸਮਝ ਆ ਗਈ ਨਾ, ਇਹ ਗੱਲ ਵੀ ਸਮਝ ਰੱਬ ਦਾ ਸਿਮਰਨ ਕੀਤੇ ਆਉਣੀ ਹੈ, ਗੁਰਬਾਣੀ ਨੂੰ ਜੀਵੇ ਆਉਣੀ ਵੀ ਰੱਬ ਜੋ ਕਰ ਰਿਹਾ ਸਾਡੇ ਭਲੇ ਵਾਸਤੇ ਕਰ ਰਿਹਾ, ਜੋ ਵੀ ਹੋ ਰਿਹਾ ਸਾਡੇ ਭਲੇ ਵਾਸਤੇ। ਪੰਕਤੀ ਬਹੁਤ ਵਾਰੀ ਪੜ੍ਹੀ ਕੰਠ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤੇ ਸੁਭਾਵ ਹੈ ਨਾਨਕਾ ਸਾਈ ਗੱਲ ਚੰਗੀ। ਇਹ ਜਿਹੜੀ ਅਵਸਥਾ ਵੀ ਸਿਮਰਨ ਤੋਂ ਸਾਨੂੰ ਪ੍ਰਾਪਤ ਹੋਣੀ ਹੈ ਵੀ ਜੋ ਕਰ ਰਿਹਾ ਪ੍ਰਮਾਤਮਾ ਕਰ ਰਿਹਾ, ਉਹਦੇ ਹੁਕਮ 'ਚ ਹੋਏਗਾ ਹੀ, ਜੋ ਉਹਨੇ ਕਰਨਾ ਉਹ ਹੋ ਕੇ ਹੀ ਰਹਿਣਾ ਹੈ। ਤੇ ਜਦੋਂ ਇਸ ਗੱਲ ਦੀ ਸਮਝ ਆ ਗਈ ਫਿਰ ਡਰ ਕਿਸ ਚੀਜ਼ ਦਾ? ਡਰ ਤੇ ਫਿਰ ਰਹੇਗਾ ਹੀ ਨਹੀਂ। ਕਰਨ ਵਾਲਾ ਪ੍ਰਮਾਤਮਾ ਨਾ, ਮੈਂ ਕਿਉਂ ਡਰਾਂ? ਉਹ ਸਾਰੇ ਡਰ ਦੂਰ ਕਰ ਦਿੰਦਾ। ਇੱਕ ਨਾ ਉਹ ਰਾਜਾ ਸੀ ਤੇ ਉਹਦਾ ਮੰਤਰੀ ਉਹ ਚੰਗੀ ਵਿਚਾਰ ਵਾਲਾ ਹੈ।
ਉਹ ਰਾਜੇ ਨੇ ਜਦੋਂ ਕੋਈ ਗੱਲ ਕਹਿਣੀ ਨਾ ਤੇ ਉਹਨੇ ਇੱਕ ਹੀ ਗੱਲ ਕਹਿਣੀ, ਕਹਿੰਦਾ ਵਾਹਿਗੁਰੂ ਜੋ ਕਰੇਗਾ ਚੰਗਾ ਕਰੇਗਾ, ਵਾਹਿਗੁਰੂ ਜੋ ਕਰਦਾ ਭਲਾ ਕਰਦਾ। ਚਲੋ ਚੰਗੇ ਕੰਮ ਹੋਣੇ, ਉਹਨੇ ਇਹ ਗੱਲ ਕਹਿ ਦੇਣੀ ਵਾਹਿਗੁਰੂ ਦਾ ਕੀਤਾ ਹੈ, ਬੜਾ ਚੰਗਾ ਹੈ ਵਾਹਿਗੁਰੂ ਦਾ। ਇੱਕ ਦਿਨ ਹੋਇਆ ਕਿ ਵੀ ਉਹ ਰਾਜਾ ਕਿਤੇ ਬਾਹਰ ਸ਼ਿਕਾਰ ਖੇਡਣ ਜਾਂਦਾ ਹੈ, ਉਹ ਕਿਤੇ ਘੋੜੇ ਤੋਂ ਡਿੱਗ ਪੈਂਦਾ ਤੇ ਉਹਦੀ ਇੱਕ ਉਂਗਲ ਕੱਟੀ ਜਾਂਦੀ ਹੈ ਰਾਜੇ ਦੀ ਡਿੱਗਣ ਕਰਕੇ। ਉਹ ਰਾਜੇ ਨੇ ਸ਼ਸਤਰ ਵੀ ਧਾਰਨ ਕੀਤੇ ਸਨ, ਡਿੱਗਾ ਤੇ ਉਹ ਆਪਦਾ ਹੀ ਸ਼ਸਤਰ ਉਹ ਹੱਥ ਤੇ ਵੱਜਾ, ਉਹਦੀ ਉਂਗਲ ਕੱਟੀ ਗਈ ਤੇ ਉਹ ਮੰਤਰੀ ਨਾਲ ਸੀ, ਉਹ ਕਹਿੰਦਾ ਸੀ ਵਾਹਿਗੁਰੂ ਨੇ ਜੋ ਕੀਤਾ ਭਲਾ ਹੋਇਆ। ਉਹ ਰਾਜੇ ਨੂੰ ਇਸ ਗੱਲ ਦਾ ਗੁੱਸਾ ਆਇਆ, ਕਹਿੰਦਾ ਮੈਂ ਅਪਾਹਜ ਹੋ ਗਿਆ ਵੀ ਮੇਰਾ ਇੱਕ ਅੰਗ ਸਰੀਰ ਦੇ ਨਾਲ ਉਂਗਲ ਕੱਟੀ ਗਈ, ਤੂੰ ਕਹਿੰਦਾ। ਪਰ ਉਹਨੇ ਇਸ ਗੱਲ ਦੀ ਸਜ਼ਾ ਦਿੱਤੀ ਉਹਨੂੰ ਵੀ ਮੇਰੇ ਦੁੱਖ ਤੇ ਇਹ ਤੇ ਹੋਰ ਗੱਲ ਕਰਦੇ ਆ। ਇਹ ਗੱਲ ਸਾਰਿਆਂ ਦੇ ਸਮਝ 'ਚ ਨਹੀਂ ਆਉਂਦੀ ਹੈ ਵੀ ਰੱਬ ਜੋ ਕਰ ਰਿਹਾ ਭਲਾ ਕਰ ਰਿਹਾ, ਉਹ ਸਾਡਾ ਬੁਰਾ ਕਦੇ ਕਰਦਾ ਹੀ ਨਹੀਂ। ਇਹ ਗੱਲ ਸਾਰਿਆਂ ਦੀ ਸਮਝ 'ਚ ਨਹੀਂ ਹੈ। ਬੇਪਰਵਾਹੀ ਉਹ ਵਿਚਰਨਗੇ ਜਿਨ੍ਹਾਂ ਦੇ ਗੱਲ ਇਹ ਸਮਝ 'ਚ ਆ ਗਈ, ਜਿਨ੍ਹਾਂ ਦੇ ਸਮਝ 'ਚ ਨਹੀਂ ਆਏਗੀ ਉਹ ਤੇ ਕਦਮ ਕਦਮ ਤੇ ਡਰਦੇ ਆ। ਅੱਗੇ ਪਤਾ ਨਹੀਂ ਕੀ ਹੋਏਗਾ, ਅੱਗੇ ਪਤਾ ਨਹੀਂ ਕੀ ਹੋਏਗਾ। ਇਹ ਛੱਡ ਦਈਏ ਵਾਹਿਗੁਰੂ ਜੋ ਕਰੇਗਾ ਭਲਾ ਕਰੇਗਾ, ਫਿਰ ਡਰ ਕਾਹਦਾ ਹੈ। ਜੇ ਅਸੀਂ ਸੋਚਦੇ ਅੱਗੇ ਕੀ ਹੋਏਗਾ, ਕੱਲ੍ਹ ਨੂੰ ਕੋਈ ਬੱਚਿਆਂ ਦਾ ਕੀ ਬਣੇਗਾ, ਫਲਾਣਾ ਕੀ, ਫਿਰ ਤੇ ਡਰ 'ਚ ਵਹਿਮ 'ਚ ਸਹਿਬ 'ਚ ਅਸੀਂ ਭਰਮ 'ਚ ਜਿਉਂ ਰਹੇ ਹਾਂ। ਡਰ ਤੇ ਇਸੇ ਗੱਲ ਦਾ ਨਾ ਕੱਲ੍ਹ ਨੂੰ ਕੀ ਹੋਏਗਾ। ਜੇ ਕੱਲ੍ਹ ਛੱਡ ਹੀ ਅਸੀਂ ਪ੍ਰਮਾਤਮਾ ਦੇ ਦਈਏ ਜੋ ਕਰੇਗਾ ਉਹਦੇ ਹੁਕਮ 'ਚ ਹੋਣਾ, ਫਿਰ ਡਰ ਵੀ ਨਹੀਂ ਹੈ, ਫਿਰ ਆਉਣ ਵਾਲੇ ਸਮੇਂ ਦੇ ਤਾਂ ਕੋਈ ਖਤਰਾ ਵੀ ਨਹੀਂ ਹੈ। ਉਹ ਰਾਜੇ ਨੇ ਆਪਣੇ ਮੰਤਰੀ ਨੂੰ ਇਸ ਗੱਲ ਦੀ ਸਜ਼ਾ ਦਿੱਤੀ ਹੈ, ਕਹਿੰਦਾ ਮੇਰਾ ਹੱਥ ਉਂਗਲ ਕੱਟੀ ਗਈ ਹੈ, ਕਹਿੰਦਾ ਵੀ ਚੰਗਾ ਹੋਇਆ ਭਲਾ ਹੋਇਆ। ਉਹਨੇ ਉਹਨੂੰ ਜੇਲ੍ਹ 'ਚ ਸੁੱਟ ਦਿੱਤਾ ਮੰਤਰੀ ਨੂੰ। ਹੁੰਦਾ ਵੈਸੇ ਐਸਾ ਕੁਝ ਹੀ ਹੈ, ਉਹ ਸੱਚ ਬੋਲਣ ਵਾਲਿਆਂ ਨੂੰ ਜੇਲ੍ਹ 'ਚ ਸੁੱਟਿਆ ਜਾਂਦਾ ਹੈ। ਸੱਚ ਬੋਲਣ ਵਾਲਿਆਂ ਨੂੰ ਤਵੀ ਤੇ ਬੈਠਣਾ ਪੈਂਦਾ ਹੈ, ਸੱਚ ਬੋਲਣ ਵਾਲਿਆਂ ਨੂੰ ਕੜਛੇ ਪਾਉਣੇ ਪੈਂਦੇ ਆਪਣੇ ਸੀਸ ਦੇ ਅੰਦਰ, ਸੱਚ ਬੋਲਣ ਵਾਲਿਆਂ ਨੂੰ ਚਰਖੜੀਆਂ ਤੇ ਚੜ੍ਹਨਾ ਪੈਂਦਾ ਹੈ, ਸੱਚ ਬੋਲਣ ਵਾਲੇ ਰੂਹ 'ਚ ਲਪੇਟੇ ਜਾਂਦੇ ਹੈ, ਸੱਚ ਬੋਲਣ ਵਾਲੀ ਚਾਂਦਨੀ ਚੌਂਕ 'ਚ ਆਪਣਾ ਸੀਸ ਦਿੰਦੇ ਹੈ। ਦੂਸਰਾ ਜਿਹੜਾ ਸਾਰੇ ਪਾਸੇ ਲੱਗ ਜਾਂਦੇ ਉਹਨੂੰ ਤੇ ਫਰਕ ਹੀ ਕੋਈ ਨਹੀਂ ਪੈਂਦਾ। ਉਹਨੂੰ ਜੇਲ੍ਹ 'ਚ ਪਾ ਦਿੰਦੇ, ਕਹਿੰਦੇ ਵੀ ਮੇਰੀ ਉਂਗਲ ਕੱਟੀ ਗਈ, ਕਹਿੰਦਾ ਭਲਾ, ਕਹਿੰਦਾ ਪਾਓ ਇਹਨੂੰ ਜੇਲ੍ਹ 'ਚ। ਹੁਣ ਹੋਇਆ ਕਿ ਵੀ ਅੱਗੇ ਉਹ ਮੰਤਰੀ ਰੱਬ ਨੂੰ ਮੰਨਣ ਵਾਲਾ ਸਿਆਣਾ ਤੇ ਰਾਜੇ ਦਾ ਕਦੇ ਸਾਥ ਨਹੀਂ ਛੱਡਦਾ। ਉਹਦੀ ਡਿਊਟੀ ਇਹ ਸੀ ਵੀ ਰਾਜੇ ਦੇ ਨਾਲ ਰਹਿਣਾ, ਬੋਡੀਗਾਰਡ ਜਾਂ ਕੁਝ ਵੀ। ਚਲੋ ਉਹ ਇੱਕ ਤਾਂ ਹੁੰਦਾ ਵੈਸੇ ਬੋਡੀਗਾਰਡ, ਇੱਕ ਉਹ ਸਾਰੇ ਕੰਮ ਕਰਨ ਵਾਲਾ, ਰਾਜੇ ਨੂੰ ਸਲਾਹ ਵੀ ਦਿੰਦਾ ਸੀ, ਇਹਦੀ ਰੱਖਿਆ ਦੀ ਜ਼ਿੰਮੇਵਾਰੀ ਵੀ ਉਹ ਵੀ ਬਖੂਬੀ ਨਿਭਾਉਂਦਾ ਸੀ, ਵੀ ਰਾਜੇ ਦਾ ਵਫਾਦਾਰ ਸੀ ਕਹਿਣ ਦਾ ਭਾਵ ਹੈ। ਚਲੋ ਜੀ, ਉਹ ਜੇਲ੍ਹ 'ਚ ਸਮਾਂ ਅੱਗੇ ਗਿਆ, ਰਾਜਾ ਫਿਰ ਸ਼ਿਕਾਰ ਖੇਡਣ ਜਾਂਦਾ ਹੈ, ਹੱਥ ਠੀਕ ਹੋ। ਉਹ ਰਾਜਾ ਸ਼ਿਕਾਰ ਖੇਡਣ ਗਿਆ, ਕਿਤੇ ਇਕੱਲਾ ਦੂਸਰੀ ਆਪਣੀ ਫੌਜ ਨਾਲੋਂ ਵਿਛੜ ਜਾਂਦਾ ਹੈ ਤੇ ਉਹ ਕਾਫੀ ਦੂਰ ਨਿਕਲ ਜਾਂਦਾ, ਰਸਤਾ ਭਟਕ ਜਾਂਦਾ ਹੈ। ਉੱਥੇ ਕੋਈ ਆਦਮਖੋਰ ਰਹਿੰਦੇ, ਉਹਨਾਂ ਨੇ ਉਹ ਕਿਸੇ ਰਾਜੇ ਦੀ, ਚਲੋ ਅਨੇਕਾਂ ਤਰ੍ਹਾਂ ਦੇ ਲੋਕ ਸੰਸਾਰ ਤੇ ਨੇ, ਉਹਨਾਂ ਕਿਸੇ ਮਨੁੱਖ ਦੀ ਬਲੀ ਦੇਣਾ ਚਾਹੁੰਦੇ ਹਨ। ਉਹਨਾਂ ਨੂੰ ਇੱਕ ਮਨੁੱਖ ਚਾਹੀਦਾ ਸੀ, ਕੁਦਰਤੀ ਰਾਜਾ ਉਸ ਪਾਸੇ ਚਲਾ ਜਾਂਦਾ। ਉਹਨਾਂ ਨੇ ਬੰਦੀ ਬਣਾ ਲਿਆ ਰਾਜੇ ਨੂੰ, ਕਹਿੰਦੇ ਵੀ ਇਹਦੀ ਬਲੀ ਦਿਓ। ਉਹ ਕਿਸੇ ਨੂੰ ਖੁਸ਼ ਕਰਨ ਵਾਸਤੇ ਕਈ ਮਨੁੱਖਾਂ ਨੂੰ ਵੀ ਬਲੀ ਦਿੰਦੇ। ਪੁਰਾਤਨ ਸਮੇਂ 'ਚ ਚੱਲਦੇ ਹੋਣ ਤੇ ਚਲੋ ਸੋਚੀ ਕਿਸੇ ਧਰਮ 'ਚ ਹੁਣ ਵੀ ਹੋਏਗਾ, ਉਹ ਦਿੱਤੀ ਜਾਂਦੀ ਭੇਡੂ ਦੀ ਬੱਕਰੀ ਦੇ ਦਿਓ ਜੀ, ਉਹ ਝੋਟੇ ਦੀ ਬੱਕਰੀ, ਘੋੜੇ ਦੀ ਬੱਕਰੀ। ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਇਹ ਸਾਰੀਆਂ ਬਲੀਆਂ ਦਿੱਤੀਆਂ ਜਾਂਦੀਆਂ ਨੇ। ਅਸਮੇਧ ਜਾਗੇ ਜੋ ਦੂਸਰੇ ਜਾਗੋ, ਇਹੀ ਕੁਝ ਹੁੰਦਾ ਸੀ ਉਹਨਾਂ ਦੇ ਅੰਦਰ। ਉਹ ਰਾਜੇ ਨੂੰ ਉਹਨਾਂ ਨੇ, ਉਹ ਜਦੋਂ ਰਾਜੇ ਨੂੰ ਮਾਰਨ ਲੱਗੇ ਉਹਨਾਂ ਦੀ ਨਿਗਾਹ ਹੱਥ ਤੇ ਪੈ ਗਈ ਤੇ ਉਹ ਕਹਿੰਦੇ ਵੀ ਇਹਦੀ ਤੇ ਉਂਗਲੀ ਕੱਟੀ ਹੋਈ ਹੈ, ਵੀ ਇਹਦਾ ਸਰੀਰ ਸਾਬਤ ਨਹੀਂ, ਇਹਦੀ ਬੜੀ ਪਰਵਾਹ ਨਹੀਂ ਹੋਣੀ ਹੈ, ਇਹਦਾ ਸਰੀਰ ਨਹੀਂ ਸਾਬਤ ਸਰੀਰ ਨੂੰ। ਉਹ ਰਾਜੇ ਨੂੰ ਇਸ ਗੱਲ ਤੇ ਛੱਡਦਾ, ਕਹਿੰਦੇ ਤੇ ਤੂੰ ਕੀ ਕਰਾਉਣਾ, ਛੱਡ ਦਿਓ ਇਹਨੂੰ ਹੋਰ ਕਿਸੇ ਨੂੰ। ਉਹ ਰਾਜੇ ਨੂੰ ਛੱਡਿਆ ਗਿਆ। ਉਹਨੂੰ ਸਮਝ ਆਈ, ਕਹਿੰਦਾ ਜੇ ਅੱਜ ਨਾ ਮੇਰੀ ਉਂਗਲ ਕੱਟੀ ਹੁੰਦੀ ਤੇ ਅੱਜ ਤੇ ਮੈਨੂੰ ਇਹਨਾਂ ਨੇ ਮੇਰਾ ਸਿਰ ਧੜ ਨਾਲੋਂ ਅਲੱਗ ਕਰ ਦੇਣਾ ਹੈ, ਵੀ ਉਂਗਲ ਕੱਟੀ ਕਰਕੇ ਮੇਰੀ ਜਾਨ ਬਚੀ ਹੈ। ਉਹਨੇ ਉਹ ਮੰਤਰੀ ਆਪਣੇ ਦਾ ਧੰਨਵਾਦ ਕੀਤਾ ਜਿਹਨੂੰ ਜੇਲ੍ਹ 'ਚ ਬੰਦ ਕਹਿੰਦਾ ਤੇ ਤਾਂ ਇਹ ਉਹਨੂੰ ਸਮਝ ਆ ਗਿਆ ਵੀ ਉਸ ਸਮੇਂ ਤਾਂ ਹੀ ਉਹਨੇ ਕਿਹਾ ਸੀ ਭਲਾ ਹੀ ਹੋਇਆ, ਜੋ ਰੱਬ ਕਰਦੇ ਉਹ ਭਲਾ ਕਰਦਾ ਹੈ। ਇਹਨੂੰ ਥੋੜੀ ਜਿਹੀ ਗੱਲ ਸਮਝ ਆਈ ਵੀ ਰੱਬ ਜੋ ਕਰਦੇ ਉਹ ਭਲਾ ਕਰਦਾ ਹੈ। ਕਹਿੰਦਾ ਉਂਗਲੀ ਨਾ ਕੱਟੀ ਹੁੰਦੀ ਤੇ ਅੱਜ ਜਾਨ ਚਲੀ ਜਾਣੀ ਸੀ, ਉਂਗਲੀ ਕੱਟ ਕੇ ਰੱਬ ਨੇ ਜਾਨ ਬਚਾਈ ਹੈ। ਉਹ ਉਸ ਜੇਲ੍ਹ ਦੇ ਅੰਦਰ ਆਉਂਦਾ ਮੰਤਰੀ ਕੋਲ ਤੇ ਆ ਕੇ ਉਹਨੂੰ ਕਹਿੰਦਾ ਵੀ, ਕਹਿੰਦਾ ਮੈਨੂੰ ਮਾਫ ਕਰਦੀ, ਅੱਜ
ਮੈਨੂੰ ਗੱਲ ਸਮਝ ਆ ਗਈ, ਮੇਰੀ ਉਂਗਲੀ ਕੱਟੀ ਗਈ ਸੀ ਵੀ ਤੂੰ ਉਦੋਂ ਕਿਹਾ ਵੀ ਭਲਾ ਹੋਇਆ, ਵੀ ਵਾਕਈ ਮੇਰਾ ਉਹਦੇ 'ਚ ਭਲਾ ਸੀ ਵੀ ਅੱਜ ਮੇਰੀ ਜਾਨ ਬਚ ਗਈ ਜੇ ਨਾ। ਕਹਿੰਦਾ ਮੈਨੂੰ ਮਾਫ ਕਰੀ, ਤੈਨੂੰ ਮੈਂ ਜੇਲ੍ਹ 'ਚ ਪਾਇਆ। ਉਹ ਕਹਿੰਦੇ ਇਹ ਵੀ ਭਲਾ ਹੈ, ਮੇਰਾ ਵੀ ਇਹਦੇ 'ਚ ਭਲਾ ਹੋਇਆ, ਤੂੰ ਮੈਨੂੰ ਜੇਲ੍ਹ 'ਚ ਕੈਦ ਕੀਤਾ। ਰੱਬ ਜੋ ਕਰਦਾ ਭਲੇ ਵਾਸਤੇ ਕਰਦਾ। ਕਹਿੰਦਾ ਚਲੋ ਮੇਰੀ ਉਂਗਲੀ ਕੱਟੀ, ਮੇਰੀ ਜਾਨ ਬਚੀ, ਉਹ ਤੇ ਭਲਾ, ਤੇਰਾ ਜੇਲ੍ਹ 'ਚ ਕੀ ਭਲਾ ਹੋਇਆ। ਕਹਿੰਦਾ ਜੀ ਕਿੰਨੇ ਸਾਲ ਹੋ ਗਏ ਨੇ ਮੈਨੂੰ, 30 ਸਾਲ ਤੁਹਾਡੇ ਨਾਲ ਵਿਚਰਦਿਆਂ, ਕਦੇ ਐਸਾ ਇਸ ਤੋਂ ਪਹਿਲਾਂ ਹੋਇਆ ਵੀ ਤੁਸੀਂ ਕਿਤੇ ਵਿਛੜ ਗਏ ਹੋਵੋ ਤੇ ਜਾਂ ਕਿਤੇ ਵਿਛੜੇ ਵੀ ਹੋਵੋ ਤੇ ਮੈਂ ਤੁਹਾਡੇ ਨਾਲ ਨਾ ਹੋਵਾਂ, ਵੀ ਮੈਂ ਤੁਹਾਨੂੰ ਛੱਡ ਕੇ ਕਦੇ ਵੀ ਕਿਤੇ ਨਹੀਂ ਜਾਂਦਾ। ਕਹਿੰਦਾ ਹਾਂ ਇਹ ਤੇ ਹੈ ਵੀ ਅੱਜ ਤੋਂ 30 ਸਾਲ ਪਹਿਲਾਂ ਐਸਾ ਨਹੀਂ ਹੋਇਆ, ਜੇ ਕਿਤੇ ਭੁੱਲੇ ਵੀ ਹੈ ਤੇ ਦੋਵੇਂ ਹੀ ਭੁੱਲੇ ਆ ਵੀ ਤੂੰ ਮੈਨੂੰ ਛੱਡ ਕੇ ਕਦੇ ਨਹੀਂ। ਕਹਿਣ ਲੱਗਾ ਮੰਨ ਲਓ ਵੀ ਮੈਂ ਤੁਹਾਡੇ ਨਾਲ ਹੁੰਦਾ, ਆਪਾਂ ਦੋਵੇਂ ਭੁੱਲ ਜਾਂਦੇ, ਉਸ ਪਾਸੇ ਚਲੇ ਜਾਂਦੇ, ਉਹ ਤੁਹਾਡੀ ਬਲੀ ਦਿੰਦੇ ਜਾਂ ਫਿਰ ਮੇਰੀ ਦੇਣੀ, ਤੁਹਾਡੀ ਤੇ ਉਂਗਲੀ ਕੱਟੀ, ਤੁਸੀਂ ਤੇ ਬਚ ਗਏ, ਤੇ ਜੇ ਮੈਂ ਤੁਹਾਡੇ ਨਾਲ ਹੁੰਦਾ ਹੋਣਾ ਮੈਨੂੰ ਮੇਰਾ ਸਿਰ ਵੱਢ ਦੇਣਾ ਸੀ। ਇਹਦਾ ਮਤਲਬ ਮੇਰਾ ਵੀ ਭਲਾ ਹੋਇਆ ਵੀ ਮੈਨੂੰ ਇੱਧਰ ਜੇਲ੍ਹ 'ਚ ਪਾ ਦਿੱਤਾ, ਉਹ ਸਮਾਂ ਮੇਰੇ ਤੋਂ ਵੀ ਟਲਿਆ। ਉਹ ਰਾਜੇ ਨੂੰ ਇਸ ਗੱਲ ਦੀ ਸਮਝ ਆ ਗਈ। ਕਹਿੰਦੇ ਤੂੰ ਸੱਚ ਕਹਿੰਦਾ, ਰੱਬ ਜੋ ਕਰਦਾ ਉਹ ਭਲੇ ਵਾਸਤੇ ਕਰਦਾ। ਕੋਈ ਸਾਧੂ ਮਹਾਂਪੁਰਖ ਨਾ ਕਿਸੇ ਪਿੰਡ 'ਚ ਤੁਰਿਆ ਜਾਂਦਾ, ਇਹ ਪਿੰਡ 'ਚ ਤੁਰਿਆ ਜਾਂਦਾ ਤੇ ਉਹ ਨਾਲ ਚੇਲੇ ਸਨ ਉਹਦੇ। ਇਹ ਗੱਲ ਸਿਮਰਨ 'ਚੋਂ ਸਮਝ ਆਉਣੀ ਹੈ, ਰੱਬ ਨੂੰ ਜਪਿਆ ਬਾਣੀ ਨੂੰ ਕਮਾਇਆ, ਵੈਸੇ ਨਹੀਂ ਸਾਡੀ ਸਮਝ 'ਚ ਆਏਗੀ। ਰੱਬ ਜੋ ਕਰਦਾ ਭਲਾ ਕਰਦਾ, ਸਾਡੇ ਵਾਸਤੇ ਕੀ ਭਲਾ ਹੈ ਰੱਬ ਜੋ ਕਰਦਾ ਹੈ। ਜੇ ਚੰਗਾ ਹੋ ਗਿਆ ਤੇ ਸਾਡੇ ਵਾਸਤੇ ਭਲਾ ਹੈ, ਜੇ ਕੁਝ ਉਹੋ ਜਿਹਾ ਹੋ ਗਿਆ ਫਿਰ ਕਹਿੰਦੇ ਰੱਬ ਨੇ ਇਹ ਕੀ ਕਰ ਦਿੱਤਾ। ਰੱਬ ਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ। ਕਿਤੇ ਅੰਤਮ ਅਰਦਾਸ ਤੇ ਜਾਈਏ ਨਾ, ਬਹੁਤੀਆਂ ਬੀਬੀਆਂ ਗੱਲਾਂ ਕਰਦੀਆਂ, ਕਹਿੰਦੇ ਰੱਬ ਤੇ ਤੁਹਾਡੇ ਨਾਲ ਧਰਤੀ ਤੇ ਉਤਰ ਕੇ ਲੜਿਆ, ਕੀ ਤੁਹਾਡੇ ਉਸ ਪਰਿਵਾਰ 'ਚੋਂ ਕੋਈ ਜੀ ਗਿਆ, ਹੋਰ ਸੰਸਾਰ 'ਚੋਂ ਕੋਈ ਨਹੀਂ ਤੁਰਿਆ। ਪਤਾ ਨਹੀਂ ਰੱਬ ਨੇ ਤੁਹਾਡੇ ਨਾਲ ਕਾਹਦਾ ਵੈਰ ਕੱਢਿਆ। ਲੋਕ ਇਹੋ ਜਿਹੀਆਂ ਗੱਲਾਂ ਕਰਦੇ ਆ, ਰੱਬ ਨੂੰ ਲੱਭਣੇ ਏਡੀਆਂ ਗਾਲਾਂ ਹੈ ਰੱਬ ਨੂੰ ਇਹ ਵੀ ਜਿਹੜਾ ਇਹ ਗੱਲ ਕਹਿੰਦਾ ਰੱਬ ਨੇ ਤੁਹਾਡੇ ਨਾਲ ਤੇ ਧਰਤੀ ਤੇ ਉਤਰ ਕੇ ਵੈਰ ਕੱਢਿਆ। ਤੁਹਾਡੇ ਨਾਲ ਰੱਬ ਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ। ਇਹ ਗੱਲਾਂ ਸੁਣਦੇ ਆਪਾਂ, ਰਜਾ 'ਚ ਫਿਰ ਕਦੋਂ ਆਵਾਂਗੇ। ਕੀ ਬਾਣੀ ਸਾਡੇ ਕੀਰਤਨ ਕਰਨ ਵਾਸਤੇ ਹੀ ਹੈ, ਕੀ ਬਾਣੀ ਪੜ੍ਹਨ ਵਾਸਤੇ ਹੀ ਹੈ। ਬਾਣੀ ਨੂੰ ਜਿਉਣਾ ਹੈ। ਕਿਵ ਸਚਿਆਰਾ ਹੋਈਏ ਤੋਂ ਲੈ ਕੇ ਅਸੀਂ ਉਹ ਆਪ ਭੋਗ ਦੇ ਸ਼ਲੋਕਾਂ ਭੈ ਨਾਸਣ ਦੁਰਮਤ ਹਰਨ, ਇੱਥੋਂ ਤੱਕ ਪਹੁੰਚਣਾ ਹੈ। ਉਹ ਸਾਧੂ ਚਲੋ ਜੀ ਰਸਤੇ 'ਚ ਜਾਂਦੇ ਹੈ ਤੇ ਉਹਦੇ ਪੈਰ ਤੇ ਵੀ ਸਾਧੂ ਦੇ ਚੋਟ ਲੱਗ ਜਾਂਦੀ ਹੈ। ਉਹ ਚੋਟ ਲੱਗ ਜਾਂਦੀ, ਸਾਧੂ ਕਹਿੰਦਾ ਭਲਾ ਹੋਇਆ। ਉਹ ਨਾਲ ਦੇ ਚੇਲੇ ਕਹਿੰਦੇ, ਉਹ ਫਿਰ ਅਗਲੇ ਪਾਸੇ ਭੁੱਖ ਲੱਗੀ, ਉਹਨਾਂ ਨੇ ਰੋਟੀ ਮੰਗੀ, ਕਿਸੇ ਨੇ ਰੋਟੀ ਨਹੀਂ ਦਿੱਤੀ, ਕਹਿੰਦੇ ਇਹ ਵੀ ਭਲਾ ਹੋਇਆ। ਸਾਧੂ ਕਹਿੰਦੇ ਪੈਰ ਤੇ ਚੋਟ ਲੱਗ ਗਈ, ਇਹ ਵੀ ਭਲਾ, ਖੂਨ ਵਗਦਾ, ਤੁਰਿਆ ਨਹੀਂ ਜਾਂਦਾ, ਰਸਤਾ ਲੱਭਾ, ਇਹ ਵੀ ਭਲਾ, ਕੋਈ ਰੋਟੀ ਨਹੀਂ ਮਿਲੀ, ਕਹਿੰਦੇ ਜੀ ਇਹ ਵੀ ਭਲਾ। ਉਹ ਕਰਦਿਆਂ ਕਰਦਿਆਂ ਅੱਧੀ ਰਾਤ ਹੋ ਗਈ ਤੇ ਕੋਈ ਘਰ ਆਇਆ, ਇਹਨਾਂ ਨੇ ਰਹਿਣ ਲਈ, ਕਹਿੰਦੇ ਜੀ ਥੱਕ ਗਏ ਹੁਣ ਤੇ 2 ਘੜੀਆਂ ਆਰਾਮ ਕਰੀਏ, ਸਵੇਰੇ ਫਿਰ ਅਗਲਾ ਸਫ਼ਰ ਤੇ ਚੱਲਾਂਗੇ। ਉਹ ਘਰੇ ਆਵਾਜ਼ ਮਾਰੀ ਚੇਲਿਆਂ ਨੂੰ, ਸਾਧੂ ਕਹਿੰਦਾ ਪੁੱਛ ਲਓ ਵੀ ਜੇ ਰਹਿਣ ਨੂੰ ਦਿੰਦੇ। ਉਹ ਕਹਿੰਦੇ ਆ ਜਾਓ ਭਾਈ ਵੀ ਰਹਿ ਜਾਓ ਤੁਸੀਂ, ਅੱਧੀ ਰਾਤ ਹੋ ਗਈ, 12 ਵੱਜ ਗਏ, ਕਹਿੰਦੇ ਵੀ ਆ ਜਾਓ ਚਲੋ 2 ਘੜੀਆਂ ਕਰ ਲਓ, ਆਰਾਮ 'ਚ ਕਰਨਾ ਹੈ। ਉਹ ਆਰਾਮ ਕੀਤਾ ਤੇ 2 ਘੰਟੇ ਲੰਘੇ ਵੀ ਉਹ ਘਰ ਵਾਲੇ ਆ ਕੇ ਕਹਿੰਦੇ ਬਾਬਾ ਜੀ ਨਿਕਲੋ ਇੱਥੋਂ। ਉਹ ਚੇਲੇ ਕਹਿੰਦੇ ਕੀ ਗੱਲ, ਘਰ ਵਾਲੇ ਕਹਿੰਦੇ, ਉਹ ਕਹਿੰਦੇ ਕੀ ਗੱਲ ਬਣ ਗਈ। ਕਹਿੰਦੇ ਜੀ ਸਾਡੇ ਕੋਲ ਰਿਸ਼ਤੇਦਾਰ ਰਾਤ ਨੂੰ ਆ ਰਹੇ ਨੇ ਤੇ ਸਾਡੇ ਕੋਲ ਇਹੀ ਜਗ੍ਹਾ ਹੈ ਤੇ ਤੁਹਾਨੂੰ ਜਾਣਾ ਪੈਣਾ, ਵੀ ਉਹਨਾਂ ਨੂੰ ਅਸੀਂ ਰੱਖਣਾ। ਤੇ ਉਹ ਸਾਧੂ ਉੱਠਦਾ ਹੋਇਆ ਇਹ ਵੀ ਕਹਿੰਦਾ, ਫਿਰ ਕਹਿੰਦਾ ਵੀ ਇਹ ਵੀ ਭਲਾ ਹੈ। ਚਲੋ ਚੰਗਾ ਹੋਇਆ ਵੀ ਅੱਗੇ ਜਾਣਾ, ਇਹ ਵੀ ਭਲਾ। ਉਹ ਜਦੋਂ ਅੱਗੇ ਉਹ ਸਾਰੇ ਚੇਲੇ ਗੁੱਸੇ ਹੋ ਗਏ, ਕਹਿੰਦੇ ਤੁਹਾਡੇ ਸੱਟ ਲੱਗ ਗਈ, ਉਹ ਵੀ ਭਲਾ, ਭੁੱਖੇ ਸੌਣਾ ਪਿਆ ਤੁਸੀਂ, ਕਹਿੰਦੇ ਉਹ ਵੀ ਭਲਾ, ਅੱਧੀ ਰਾਤ ਨੂੰ ਉਹਨਾਂ ਠਾ ਕੇ ਘਰੋਂ ਕੱਢ ਦਿੱਤਾ, ਉਹ ਵੀ ਭਲਾ। ਜਦੋਂ ਅਗਲੀ ਜਗ੍ਹਾ ਤੇ ਗਏ ਨਾ, ਅਗਲੇ ਪੜਾਅ ਤੇ ਪਿੱਛੋਂ ਸਿਣਿਆ ਮਿਲਿਆ, ਕਹਿੰਦੇ ਜੀ ਉਹ ਜਿਹੜਾ ਪਿੱਛੇ ਪਿੰਡ ਰਹਿ ਗਿਆ, ਉਹ ਤੇ ਅੱਧੀ ਰਾਤ ਤੋਂ ਬਾਅਦ ਡਾਕੂਆਂ ਨੇ ਉਹਦੇ ਤੇ ਹਮਲਾ ਕਰ ਦਿੱਤਾ, ਉਹ ਲੋਕਾਂ ਨੂੰ ਮਾਰ ਵੱਢ ਗਏ ਤੇ ਸਾਰਾ ਪਿੰਡ ਲੁੱਟ ਕੇ ਲੈ ਗਏ। ਉਹ ਚੇਲਿਆਂ ਨੂੰ ਪਤਾ ਲੱਗਾ, ਚੇਲਿਆਂ ਨੇ ਫਿਰ ਹੱਥ ਜੋੜ ਕੇ ਸਾਧੂ ਨੂੰ ਕਿਹਾ, ਕਹਿੰਦੇ ਜੀ ਤੁਸੀਂ ਜੋ ਕਹਿੰਦੇ ਸੀ ਸੱਚ ਸੀ, ਜੇ ਅਸੀਂ ਵੀ ਸੁੱਤੇ ਹੋਏ, ਉਹਨਾਂ ਨੂੰ ਕੀ ਪਤਾ ਸੀ ਸਾਧੂ ਸੁੱਤੇ, ਕੌਣ ਸੁੱਤੇ, ਟੋਟੇ ਸਾਡੇ ਵੀ ਸਰੀਰਾਂ ਦੇ ਹੋਏ ਨੇ ਸੀ। ਤੁਸੀਂ ਸੱਚ ਕਹਿੰਦੇ ਹੋ ਵੀ ਰੱਬ ਜੋ ਕਰਦਾ ਭਲਾ ਕਰਦਾ। ਰੱਬ ਕੀ ਰਜ਼ਾਏ ਲਿਖਿਆ ਪਾਏ, ਰੱਬ ਜੋ ਕਰਦਾ ਸਾਨੂੰ ਉਹਦੀ ਰਜ਼ਾ, ਜਿੱਧਰ ਸਾਨੂੰ ਰੱਬ ਲਿਜਾਂਦਾ ਸਾਡੇ ਭਲੇ ਵਾਸਤੇ ਲਿਜਾਂਦਾ। ਜਿੱਧਰ ਵੀ ਰੱਬ ਲਿਜਾਂਦਾ, ਜਿੱਥੇ ਰੱਖਦਾ ਸਾਡੇ ਭਲੇ ਵਾਸਤੇ ਵੀ ਇੱਥੇ ਸੇਫ ਹੈ। ਅਸੀਂ ਆਪਣੇ ਬੱਚਿਆਂ ਨੂੰ ਨਾ, ਉਹ ਕਈ ਵਾਰੀ ਸਮਾਂ ਠੀਕ ਨਹੀਂ, ਬੱਚਿਆਂ ਨੂੰ ਉਸ ਜਗ੍ਹਾ ਤੇ ਵੀ ਸੇਫ ਰਹਿਣ, ਰੱਬ ਵੀ ਸਾਨੂੰ ਉਸ ਜਗ੍ਹਾ ਤੇ ਲਿਜਾਂਦਾ ਜਿੱਥੇ ਅਸੀਂ ਸੇਫ ਹੋਈਏ।
ਜਿੱਥੇ ਸਾਡੇ ਨਾਲ ਕੋਈ ਬੁਰਾ ਨਾ ਕਰ ਸਕੇ, ਜਿੱਥੇ ਕੁਝ ਵੀ। ਰੱਬ ਦੀ ਰਜ਼ਾ 'ਚ ਅਸੀਂ ਉਦੋਂ ਆਵਾਂਗੇ ਜਿੱਦਣ ਅਸੀਂ ਰੱਬ ਦੇ ਸਿਮਰਨ ਨਾਲ ਜੁੜੇ। ਬਹੁਤ ਮੇਰੀ ਦਾਸ ਨੇ ਬੇਨਤੀ ਕੀਤੀ, ਇੱਕ ਸ਼ਬਦ ਹੈ ਹਰ ਕੋ ਨਾਮ ਸਦਾ ਸੁਖਦਾਈ। ਇੱਥੇ ਵਿਚਾਰ ਕਰ ਰਹੇ ਭੈ ਨਾਸਣ, ਸਾਰੇ ਡਰ ਦੂਰ ਹੋ ਜਾਂਦੇ ਆ ਕਦੋਂ? ਹਰ ਕੋ ਨਾਮ ਸਦਾ ਸੁਖਦਾਈ। ਨਾਮ ਜਿਹੜਾ ਸਦਾ ਸੁਖ ਦੇਣ ਵਾਲਾ, ਭੈ ਦੂਰ ਕਰਨ ਵਾਲਾ, ਨਿਰਭੈਤਾ ਦੀ ਦਾਤ ਦੇਣ ਵਾਲਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਨਿਰਭਉ ਨੂੰ ਜਪਾਂਗੇ ਸਾਰੇ ਭੈ ਦੂਰ ਹੋ ਜਾਣਗੇ। ਹਰ ਕੋ ਨਾਮ ਸਦਾ ਸੁਖਦਾਈ। 10 ਦੂਸਰੇ ਬਚਨ ਦੀ ਵਿਚਾਰ ਕਰਨਾ ਚਾਹੁੰਦਾ। ਦੁਰਮਤ ਹਰਨ, ਇੱਕ ਤੇ ਹੋ ਗਿਆ ਵੀ ਭੈ ਦੂਰ ਹੋ ਜਾਂਦੇ, ਅਗਲੇ ਬਚਨ ਕਹੇ ਦੁਰਮਤ ਹਰਨ, ਦੁਰਮਤ ਵੀ ਦੂਰ ਹੋ ਜਾਂਦੀ ਹੈ। ਸਿਮਰਨ ਕੀਤਿਆਂ ਭੈੜੀ ਮੱਤ ਅੰਦਰੋਂ ਨਿਕਲ ਜਾਂਦੀ। ਇਹ ਤੇ ਜਪਜੀ ਸਾਹਿਬ ਦੇ ਰੰਭ ਚ ਮਹਾਰਾਜ ਨੇ ਕਿਹਾ ਕੱਪੜਾ ਮੈਲਾ ਹੋ ਜੇ ਉਹਨੂੰ ਸਾਬਣ ਪਾਣੀ ਨਾਲ ਸਾਫ਼ ਕੀਤਾ ਜਾਂਦਾ ਹੈ। ਜੇ ਅੰਦਰ ਵਿਕਾਰਾਂ ਦੀ ਮੈਲ ਲੱਗੀ ਹੋਵੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ, ਉਹ ਸਾਬਣ ਨਾਲ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ। ਦੁਰਮਤ ਹਰਨ ਭਰੀਏ ਮਤ ਪਾਪਾਂ ਕੇ ਸੰਗ। ਪਾਪਾਂ ਨਾਲ ਮਤ ਭਰੀ ਸੀ, ਦੁਰਮਤ ਸੀ। ਹਰਨ ਕਲ ਮੈਂ ਹਰ ਕੋ ਨਾਮ। ਕਲ ਦਾ ਅਰਥ ਪਤਾ ਕੀ ਹੈ? ਚਲੋ ਇਹਦਾ ਅਰਥ ਕਲਯੁਗ ਵੀ ਕਰ ਸਕਦੇ ਆ। ਕਲ ਦਾ ਅਰਥ ਇੱਥੇ ਹੈ ਕਲੇਸ਼ਾਂ ਭਰੇ, ਕਲੇਸ਼ ਭਰੇ ਸੰਸਾਰ 'ਚ ਰਹਿੰਦੇ ਆ ਅਸੀਂ। ਇਹ ਸਾਰੇ ਕਲੇਸ਼ ਹਰ ਕੋ ਨਾਮ ਦੂਰ ਕਰ ਦਿੰਦਾ। ਹਰ ਕੋ ਨਾਮ ਸਦਾ ਸੁਖਦਾਈ। ਇੱਥੇ ਕਿਹਾ ਹਰ ਕੋ ਨਾਮ ਸਦਾ ਸੁਖਦਾਈ। ਇੱਕ ਹੋਰ ਸ਼ਬਦ ਹੈ ਗੁਰੂ ਅਰਜਨ ਸਾਹਿਬ ਦਾ, ਮਹਾਰਾਜ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾ ਨਹੀਂ ਚੂਕੈ ਗੁਰ ਇਹ ਭੇਦ। ਇਹ ਭੇਦ ਦੀ ਗੱਲ ਹੈ ਵੀ ਨਾਮ ਤੋਂ ਬਗੈਰ ਤੈਨੂੰ ਸੁੱਖ ਨਹੀਂ ਮਿਲਣਾ। ਗੁਰ ਇਹ ਭੇਦ ਬਤਾਵੇ, ਗੁਰੂ ਭੇਦ। ਅਸੀਂ ਗੁਰੂ ਅੱਗੇ ਅਰਦਾਸਾਂ ਕਰਦੇ ਹਾਂ, ਮਹਾਰਾਜ ਦੁੱਖ ਦੂਰ ਕਰ ਦਿਓ ਜੀ। ਦੁੱਖ ਇਸ ਪਾਸੋਂ ਧੀ ਵੱਲੋਂ ਦੁਖੀ ਹੈ, ਪੁੱਤਾਂ ਵੱਲੋਂ ਦੁਖੀ ਹੈ, ਧਨ ਨਹੀਂ ਇਸ ਗੱਲ ਤੋਂ ਦੁਖੀ ਹੈ, ਸਰੀਰ ਤੰਦਰੁਸਤ ਨਹੀਂ ਇਸ ਗੱਲ ਤੋਂ ਦੁਖੀ ਹੈ। ਅਰਦਾਸਾਂ ਕੀਤੀਆਂ, ਗੁਰੂ ਸਾਹਿਬ ਨੇ ਇੱਕ ਮੰਤਰ ਦਿੱਤਾ, ਕਹਿੰਦੇ ਸਿਮਰਨ ਸ਼ੁਰੂ ਕਰ, ਤੰਦਰੁਸਤੀ ਵੀ ਆਏਗੀ, ਸਾਰੇ ਪਾਸਿਓਂ ਵੀ ਸੁਖੀ ਹੋਏਗਾ। ਮਹਾਰਾਜ ਨੇ ਜੋ ਦਵਾਈ ਦਿੱਤੀ ਉਹ ਅਸੀਂ ਲਈ ਕੋਈ ਨਹੀਂ ਹੈ। ਮਹਾਰਾਜ ਨੇ ਸਾਰੀ ਮੁਸ਼ਕਲਾਂ, ਸਾਰੇ ਕਲੇਸ਼ਾਂ ਦਾ ਹੱਲ ਇੱਕ ਹੀ ਦੱਸਿਆ, ਨਾਮ ਜਪਣਾ, ਸਿਮਰਨ ਕਰਨਾ। ਕਲ ਮੈਂ ਹਰ ਕੋ ਨਾਮ, ਹਰ ਕੋ ਨਾਮ ਸਦਾ ਸੁਖਦਾਈ। ਸੁਖ ਚਾਹੁੰਦਾ ਨਾਮ ਨਾਲ ਜੁੜ। ਅਰਦਾਸ ਤੇ ਕੀਤੀ ਦੁੱਖ ਦੂਰ ਕਰ ਦੋ, ਕਿ ਨਾਮ ਜਪਿਆ ਦੁੱਖ ਦੂਰ ਕਰਨ ਵਾਸਤੇ। ਨਾਮ ਨਹੀਂ ਜਪਿਆ ਫਿਰ ਦੁੱਖ ਵੀ ਦੂਰ ਨਹੀਂ ਹੋਏ। ਕਿਸੇ ਕੋਲ ਬਹੁਤੇ ਡਾਕਟਰ ਨਾਲ ਜਿਹੜੇ ਚੰਗੇ ਨੇ, ਜਿਨ੍ਹਾਂ ਦੇ ਅੰਦਰ ਕੋਈ ਲਾਲਚ ਨਹੀਂ, ਉਹ ਤੁਸੀਂ ਦਵਾਈ ਲੈਣ ਜਾਓ, ਦਵਾਈ ਦਿੰਦੇ ਹੀ ਕੋਈ ਨਹੀਂ। ਕਹਿੰਦੇ ਆਹ ਕੰਮ ਕਰਨਾ ਸ਼ੁਰੂ ਕਰ ਦਿਓ, ਤੁਸੀਂ ਕਸਰਤ ਕਰਿਆ ਕਰੋ, ਦੌੜਿਆ ਕਰੋ, ਤੁਹਾਨੂੰ ਦਵਾਈ ਦੀ ਲੋੜ ਨਹੀਂ ਹੈ। ਗੁਰੂ ਸਾਹਿਬ ਕੋਲ ਆਏ, ਮਹਾਰਾਜ ਬੜੇ ਦੁਖੀ ਹੈ। ਮਹਾਰਾਜ ਕਹਿੰਦੇ ਨਾਮ ਜਪਣਾ ਸ਼ੁਰੂ ਕਰ ਦਿਓ, ਹੋਰ ਕੁਝ ਕਰਨ ਦੀ ਲੋੜ ਨਹੀਂ। ਨਾਮ ਜਪਿਆ ਹੀ ਨਹੀਂ ਹੈ। ਹੁਣ ਤੇ ਮਾਫ ਕਰਨਾ, ਬਹੁਤੇ ਸਰੀਰ ਨਾਲ ਬੱਸੇ ਵਾਲੇ ਦਿਨ ਗੁਟਕਾ ਸਾਹਿਬ ਇੱਥੇ ਲਿਆਉਂਦੇ ਆ, ਬਾਬਾ ਜੀ ਆ ਗੁਟਕਾ ਸਾਹਿਬ ਚੜਾਉਣਾ ਹੈ। ਹੁਣ ਤੇ ਬਾਬੇ ਕਹਿੰਦੇ ਪੜ੍ਹਨ ਦੀ ਲੋੜ ਨਹੀਂ, ਗੁਟਕਾ ਸਾਹਿਬ ਗੁਰਦੁਆਰੇ ਦੇ ਆਇਓ। ਗੁਰਦੁਆਰੇ ਗੁਟਕਾ ਸਾਹਿਬ ਅਸੀਂ ਦੇਰ ਨਹੀਂ ਸੀ ਆਉਣਾ, ਗੁਰਦੁਆਰੇ ਗੁਟਕਾ ਸਾਹਿਬ ਲਿਜਾਣਾ ਸੀ ਘਰੇ ਪੜ੍ਹਨ ਵਾਸਤੇ। ਬੱਚਾ ਆਪਣੀਆਂ ਕਿਤਾਬਾਂ ਟੀਚਰ ਨੂੰ ਦੇ ਆਏਗਾ, ਪੜ੍ਹੇਗਾ ਕਿਵੇਂ? ਦੱਸੋ ਜੀ, ਗਿਆਨ ਕਿਵੇਂ ਆਏਗਾ? ਉਹ ਕਿਤਾਬਾਂ ਬੱਚੇ ਨੇ ਹੋਮਵਰਕ ਕਰਨਾ, ਟੀਚਰ ਦਿੰਦੇ, ਉਹ ਘਰੇ ਆਣ ਕੇ ਪੜ੍ਹਨਾ ਜੋ ਟੀਚਰਾਂ ਨੇ ਸਿੱਖਿਆ ਸਿਖਾਇਆ, ਜਾਂ ਜੋ ਉਹਨਾਂ ਨੇ ਉਹ ਹੋਮਵਰਕ ਦਿੱਤਾ ਉਹਨੂੰ ਯਾਦ ਵੀ ਕਰਨਾ, ਉਹਨੂੰ ਲਿਖਣਾ ਵੀ, ਉਹ ਸਾਰੇ ਉਹ ਫਿਰ ਗਿਆਨ ਤੇ ਫਿਰ ਪ੍ਰਾਪਤ ਹੋਏਗਾ ਨਾ। ਵਿਦਿਆ ਦੀ ਵਿਚਾਰ ਕਰਾਂਗੇ ਤਾਂ ਪਰਉਪਕਾਰੀ ਬਣਾਂਗੇ ਨਾ। ਵਿਦਿਆ ਲਈ ਆਓ, ਸੇਵਾ ਲਈ ਜਾਓ, ਫਿਰ ਹੀ ਬਖਸ਼ਿਸ਼ ਵਰਤੇਗੀ ਨਾ। ਵਿਦਿਆ ਹਾਸਲ ਕਰ ਲਈਏ ਤਾਂ। ਤੇ ਜੇ ਬੱਚਾ ਵੀ ਉਹ ਕਿਤਾਬਾਂ ਰੱਖ ਕੇ ਲੁਮਾਰੀ ਚ ਉਹਨੂੰ ਧੂਫ ਵੱਟੀ ਕਰੀ ਜਾਏ ਤੇ ਉਹ ਗਿਆਨ ਨਹੀਂ ਹਾਸਲ ਹੋਣਾ। ਗੁਰੂ ਸਾਹਿਬ ਨੇ ਕਿਹਾ ਬਾਣੀ ਪੜ੍ਹ ਜੇ ਸੁਖੀ ਹੋਣਾ ਚਾਹੁੰਦਾ, ਸਿਮਰਨ ਕਰ। ਕੀ ਕੀਤਾ ਸਿਮਰਨ? ਅਸੀਂ ਬਾਣੀ ਪੜ੍ਹੀ, ਫਿਰ ਦੁੱਖ ਕਿਵੇਂ ਦੂਰ ਹੋਣਗੇ? ਨਾਮ ਸੁਖਦਾਈ ਕਿਵੇਂ ਬਣੇਗਾ? ਡਾਕਟਰ ਨੇ ਦਵਾਈ ਵੀ ਦੇ ਦਿੱਤੀ, ਕਈਆਂ ਨੂੰ ਦਵਾਈ ਦਿੰਦਾ ਹੀ ਨਹੀਂ। ਉਹ ਕਹਿੰਦਾ ਆ ਕੁਝ, ਮਹਾਰਾਜ ਕਹਿੰਦੇ ਚੰਗਾ ਜੀਵਨ ਬਾਣੀ ਨਿਤਨੇਮ ਕਰਦਾ, ਉਹੋ ਜਿਹਾ ਜੀਵਨ ਬਣਾ ਲਾ, ਕਿਸੇ ਚੀਜ਼ ਦੀ ਹੋਰ ਲੋੜ ਨਹੀਂ ਹੈ। ਇਹ ਵੀ ਸਿਮਰਨ ਹੈ, ਇਹ ਵੀ ਨਾਮ ਹੈ, ਬਾਣੀ ਪੜ੍ਹਨੀ ਵੀ। ਹਾਂ ਤਾਂ ਮਹਾਰਾਜ ਨੇ ਕਿਹਾ ਜੇ ਨਹੀਂ ਤੂੰ ਚਲੋ ਮੇਰੇ ਵਾਹਿਗੁਰੂ ਵਾਹਿਗੁਰੂ ਆਪਣੀ ਰਸਨਾ ਤੋਂ ਕਹੇ। ਵਾਹਿਗੁਰੂ ਗੁਰ ਮੰਤਰ ਹੈ ਜਾਪ ਹਉਮੈ, ਜਪੇਗਾ ਹਉਮੈ ਵੀ ਦੂਰ ਹੋਏਗੀ। ਤੇ ਗੁਰੂ ਦਾ ਮੰਤਰ ਹੈ, ਇਹ ਤੈਨੂੰ ਸਾਰੇ ਸੁੱਖ ਦੇਗਾ। ਮੂਲ ਮੰਤਰ ਦਾ ਪਾਠ ਕਰਿਆ ਕਰ। ਕੀ ਅਸੀਂ ਕੀਤਾ? ਉਹ ਮੰਤਰ ਨੂੰ ਜਪਿਆ। ਗੁਰੂ ਸਾਹਿਬ ਜੀ ਕਹਿੰਦੇ ਹੈ ਸਿਮਰਨ ਕਰ ਕੀਤਾ,
ਹਾਂ, ਕਈ ਤੇ ਹੁਣ ਦਾਸ ਨੇ ਬੇਨਤੀ ਕੀਤੀ ਗੁੜਕਾ ਸਾਹਿਬ ਗੁਰਦੁਆਰੇ ਕਈ ਲੈ ਜਾਂਦੇ ਐ, ਉਹ ਲਮਾਰੀਆਂ 'ਚ ਪਏ ਰਹਿੰਦੇ ਐ, ਉਹ ਸਿਮਰਨ ਕਰਦੇ ਹੀ ਨਹੀਂ ਹੈ। ਡਾਕਟਰ ਦਵਾਈ ਵੀ ਦਿੰਦੇ, ਪਰਹੇਜ਼ ਵੀ ਦੱਸਦਾ ਹੈ, ਦਵਾਈ ਵੀ ਲੈਣੀ ਹੈ, ਪਰਹੇਜ਼ ਵੀ ਰੱਖਣਾ ਹੈ, ਬੁਰੇ ਕੰਮਾਂ ਤੋਂ ਰੋਕਣਾ ਆਪਣੇ ਆਪ ਨੂੰ, ਨਾਲ ਸਿਮਰਨ ਕਰਨਾ, ਬਾਣੀ ਪੜ੍ਹਨੀ ਹੈ। ਇਹ ਦਵਾਈ ਹੈ। ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਬਹੁਤ ਵਾਰੀ ਆਪਾਂ ਨੇ ਪੜ੍ਹੀਆਂ। ਪੂਛਤ ਪਥਕ ਤੇ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਸਤਨ ਸਹਿਜਾਈਏ। ਪੂਛਤ ਹੈ ਵੈਦ, ਕਹਿੰਦੇ ਵੈਦ ਨੂੰ ਜਾ ਕੇ ਪੁੱਛਦੇ ਆ, ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸਹਿ। ਕਹਿੰਦੇ ਵੈਦ ਨੂੰ ਪੁੱਛਿਆ ਰੋਗੀ ਹੈ, ਦਵਾਈ ਦਿਓ ਜੀ, ਕਿਵੇਂ ਤੰਦਰੁਸਤ, ਵੈਦ ਨੇ ਦਵਾਈ ਦੇ ਦਿੱਤੀ। ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਕਹਿੰਦੇ ਰੋਗ ਫਿਰ ਕਿਵੇਂ ਮਿਟੇਗਾ, ਸੁਖ ਸਹਿਜ ਚ ਕਿਵੇਂ ਸਮਾਏਗਾ। ਦਵਾਈ ਲੈ ਤੇ ਕਿਉਂ ਵਰਤੀ ਤੇ ਹੈ ਨਹੀਂ ਹੈ। ਡਾਕਟਰ ਤੋਂ ਦਵਾਈ ਲਿਆ ਕੇ ਕੋਈ ਲਬਾਰੀ ਚ ਧੂੜ ਵੱਟੀ ਕਰੀ ਜਾਏ ਕਿ ਉਹ ਤੰਦਰੁਸਤੀ ਦੇਗੀ ਦਵਾਈ। ਮਹਾਰਾਜ ਕਹਿੰਦੇ ਦਵਾਈ ਵੀ ਲੈਣੀ ਹੈ, ਪਰਹੇਜ਼ ਵੀ ਜ਼ਰੂਰੀ ਹੈ ਜਿੱਥੇ ਦਵਾਈ ਲੈਣੀ ਹੈ। ਬਹੁਤੇ ਕਹਿੰਦੇ ਆ ਵੀ ਬਾਣੀ ਪੜ੍ਹ ਲਓ, ਸਵੇਰੇ ਕਰ ਲਓ ਨਿਤਨੇਮ, ਤੇ ਫਿਰ ਆਪਣੀ ਮਨਮਰਜ਼ੀ ਕਰੋ ਸਾਰਾ ਦਿਨ। ਉਹ ਠੱਗੀ ਵੀ ਮਾਰਦੇ, ਚੋਰੀ ਵੀ, ਬੇਈਮਾਨੀ ਵੀ। ਮਹਾਰਾਜ ਕਹਿੰਦੇ ਪਰਹੇਜ਼ ਨਹੀਂ ਰੱਖਿਆ, ਦਵਾਈ ਲਈ ਹੈ। ਦਵਾਈ ਨਾਲ ਪਰਹੇਜ਼, ਕਈ ਵਾਰੀ ਡਾਕਟਰ ਦਵਾਈ ਦੇ ਦਿੰਦਾ, ਹਫ਼ਤੇ ਦੀ ਦਵਾਈ ਵੀ ਵੇਖਦੇ ਆ ਜੀ, ਦਵਾਈ ਲਓ ਨਾਲ ਆ ਪਰਹੇਜ਼ ਰੱਖਿਓ। ਪਰਹੇਜ਼ ਨਹੀਂ ਰੱਖਿਆ, ਦਵਾਈ ਲੈ ਲਈ, ਤੰਦਰੁਸਤੀ ਨਹੀਂ, ਡਾਕਟਰ ਕੋਲ ਗਏ, ਉਹ ਡਾਕਟਰ ਸਾਹਿਬ ਦਵਾਈ ਤੇ ਮੈਂ ਜਿਵੇਂ ਤੁਸੀਂ ਦੱਸੀ ਉਸੇ ਟਾਈਮ ਮੈਂ ਦਵਾਈ ਵਰਤੀ ਹੈ, ਪਰ ਮੈਂ ਤੰਦਰੁਸਤ ਨਹੀਂ ਹੋਇਆ, ਠੀਕ ਨਹੀਂ ਹੋਇਆ। ਦਵਾਈ ਤੁਹਾਡੀ ਕਾਟ ਨਹੀਂ ਕੀਤੀ, ਇਹਨੇ ਕੰਮ ਨਹੀਂ ਕੀਤਾ। ਡਾਕਟਰ ਅਗਲੀ ਗੱਲ ਜ਼ਰੂਰ ਕਹੇਗਾ ਪਰਹੇਜ਼ ਨਾਲ ਰੱਖਿਆ, ਕਹਿੰਦਾ ਜੀ ਨਹੀਂ ਉਹ ਨਹੀਂ ਰੱਖ ਪਾਇਆ। ਕਹਿੰਦੇ ਦਵਾਈ ਇਹੀ ਲਓ, ਨਾਲ ਪਰਹੇਜ਼ ਰੱਖੋਗੇ, ਤੰਦਰੁਸਤੀ ਤਾਂ ਮਿਲਣੀ ਹੈ। ਜੋ ਅਸੀਂ ਨਿਤਨੇਮ ਕਰਦੇ ਉਹਨੂੰ ਕਮਾਵਾਂਗੇ, ਇਹ ਪਰਹੇਜ਼ ਹੈ, ਤੰਦਰੁਸਤੀ ਤਾਂ ਹੀ ਮਿਲਣੀ ਹੈ। ਦੁਰਮਤ ਤਾਂ ਹੀ ਦੂਰ ਹੋਣੀ ਅੰਦਰੋਂ। ਭੈ ਨਾਸਣ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਕਲਯੁਗ ਦੇ ਅੰਦਰ ਜਿਹੜਾ ਨਾਮ ਹੈ ਨਾ, ਉਹ ਦੁਰਮਤ ਨੂੰ ਦੂਰ ਕਰਦਾ, ਭੈ ਦੂਰ ਕਰਦਾ। ਦਾਸ ਨੇ ਪੰਕਤੀ ਪੜ੍ਹੀ, ਹਰ ਕੋ ਨਾਮ ਸਦਾ ਸੁਖਦਾਈ। ਅਗਲੇ ਬਚਨ ਨੇ, ਜਾਂ ਕੋ ਸਿਮਰ ਅਜਾਮਲ ਉਦਰਿਓ। ਨਾਮ ਸੁਖਦਾਈ, ਉਹਨੂੰ ਸਿਮਰਿਆ ਅਜਾਮਲ ਨੇ। ਅਜਾਮਲ ਬੰਦਾ ਠੀਕ ਨਹੀਂ ਹੈ। ਗੁਰੂ ਗ੍ਰੰਥ ਸਾਹਿਬ 'ਚ ਬਹੁਤ ਵੀ ਬਚਨ ਆਇਆ, ਔਰ ਦਾਸ ਨੇ ਵਿਚਾਰ ਵੀ ਇਸ ਵਿਸ਼ੇ ਤੇ ਕੀਤੀ। ਸੰਖੇਪ ਫਿਰ, ਨਾਮ ਪਤਤ ਪਵਿੱਤ ਭੈ ਰਾਮ ਨਾਮ ਕਹਿਤੀ। ਅਜਾਮਲ ਬੰਦਾ ਠੀਕ ਨਹੀਂ ਸੀ, ਇਹ ਵਕਾਰੀ ਬੰਦਾ। ਕਹਿੰਦੇ ਨੇ ਜਪਿਆ, ਦੁਰਮਤ ਹੋ ਗਈ ਨਾ ਦੂਰ, ਦੁਰਮਤ ਹਰਨ। ਉਹ ਜਾਮਲ ਦੀ ਥੋੜੀ ਜਿਹੀ ਗੱਲ ਫਿਰ ਅੱਜ ਆਪਾਂ ਕਰਦੇ ਆਂ ਵੀ ਉਹ ਨਿੱਕਾ ਜਿਹਾ ਬੱਚਾ ਸੀ, ਕਿਸੇ ਰਾਜੇ ਦਾ, ਇੱਕ ਮੰਤਰੀ ਸੀ, ਮੰਤਰੀ ਦਾ ਪੁੱਤਰ ਹੈ, ਦੀਵਾਨ ਉਸ ਸਮੇਂ ਕਹਿੰਦੇ ਸਨ, ਰਾਜੇ ਦਾ ਦੀਵਾਨ। ਉਹ ਬਾਪ ਨੇ ਕਿਹਾ ਵੀ ਚੰਗੀ ਵਿਦਿਆ ਇਹਨੂੰ ਜਿਹੜੀ ਦੇਣੀ ਚਾਹੀਦੀ ਹੈ। ਉਹਨੇ ਕਿਸੇ ਚੰਗੇ ਟੀਚਰ ਕੋਲੇ ਦਾ ਪ੍ਰਬੰਧ ਕੀਤਾ ਜਾਮਲ ਦਾ, ਕਿਉਂਕਿ ਬਾਪ ਵੱਡੇ ਅਹੁਦੇ ਤੇ ਹੈ, ਦੀਵਾਨ ਹੈ ਰਾਜੇ ਦਾ। ਇਹਦੇ ਟੀਚਰ ਨੇ ਇੱਕ ਗੱਲ ਕਹੀ, ਕਹਿਣ ਲੱਗਾ ਤੂੰ ਘਰੋਂ ਲੈ ਕੇ ਮੇਰੀ ਪਾਠਸ਼ਾਲਾ ਤੱਕ ਸਿਰ ਨੀਵਾ ਕਰਕੇ ਚੱਲਣਾ, ਸੰਸਾਰ ਵੱਲ ਨਹੀਂ ਵੇਖਣਾ ਜਿੰਨਾ ਚਿਰ ਤੂੰ ਵਿਦਿਆ ਪ੍ਰਾਪਤ ਕਰਦਾ ਹੈ। ਜਿੰਨਾ ਚਿਰ ਵਿਦਿਆ, ਆਪਾਂ ਹੁਣ ਬੱਚਾ ਕਵੇ, ਉਹ ਮੇਰਾ ਕਾਕਾ ਇੱਕ ਦਿਨ ਕਹਿੰਦਾ ਪਾਪਾ ਮੈਨੂੰ ਮੋਬਾਈਲ, ਚਲੋ ਘਰੇ ਤੇ ਹੈਗਾ, ਮੈਂ ਆਪਣੇ ਵਾਸਤੇ ਮੈਨੂੰ ਮੋਬਾਈਲ ਲੈ ਕੇ ਦਿਓ। ਮੈਂ ਕਿਹਾ ਜਿੰਨਾ ਚਿਰ ਬੇਟਾ +2 ਨਹੀਂ ਕਰਦਾ ਤੈਨੂੰ ਮੋਬਾਈਲ ਨਹੀਂ ਮਿਲਣਾ। ਅਸੀਂ ਸਾਰੇ ਮਾਂ ਪਿਓ ਕਹਿੰਦੇ ਵੀ ਅਜੇ ਠੀਕ ਹੈ, ਸਰਦਾ ਜਿੰਨਾ ਚਿਰ ਬੱਚਿਆਂ ਨੂੰ ਸਾਰਨਾ ਚਾਹੀਦਾ ਵੀ ਨਹੀਂ। ਇਹਨਾਂ ਨੂੰ ਕਾਰਨ ਇਹ ਵੀ ਜਿੰਨਾ ਚਿਰ ਪੜ੍ਹਦੇ ਆ ਇਹਨਾਂ ਦਾ ਧਿਆਨ ਦੂਸਰੇ ਪਾਸੇ ਨਹੀਂ ਹੋਣਾ ਚਾਹੀਦਾ। ਟੀਚਰ ਨੇ ਵੀ ਇਹ ਗੱਲ ਕਹੀ ਵੀ ਜਿੰਨਾ ਚਿਰ ਮੇਰੇ ਕੋਲ ਪੜ੍ਹਨ ਵਾਸਤੇ ਆਵੇਂ, ਤੇਰਾ ਧਿਆਨ ਬਾਜ਼ਾਰ ਵੱਲ ਨਹੀਂ ਹੋਣਾ ਚਾਹੀਦਾ। ਲੋਕ ਕੀ ਕਰਦੇ ਇਸ ਪਾਸੇ ਨੂੰ ਤੂੰ ਧਿਆਨ ਦੇਣਾ। ਕਾਮਯਾਬ ਫਿਰ ਉਹ ਜਾਂਦਾ ਰਿਹਾ ਜੀ। ਉਹ ਟੀਚਰ ਨੇ ਜਦੋਂ ਕਹਿਣਾ, ਉਹਦੇ ਮਨ 'ਚ ਆਈ ਵੀ ਇਹ ਮੈਨੂੰ ਰੋਕਦਾ ਹੈ ਵੀ ਟੀਚਰ ਮੈਂ ਵੇਖਾਂ ਤੇ ਸਹੀ ਸੰਸਾਰ ਵੱਲ। ਫਿਰ ਉਹਨੇ ਕੁਕਰਮ ਕੀਤਾ, ਸੰਸਾਰ ਵੱਲ ਵੇਖਿਆ। ਉਹਨੇ ਬਾਜ਼ਾਰ ਵਿੱਚੋਂ ਲੰਘ ਰਿਹਾ ਸੀ, ਉਹ ਬੁਰੇ ਪਾਸੇ, ਜੇ ਬੰਦਾ ਕਿਸੇ ਨਸ਼ੇ ਵਾਲੇ ਕੋਲ ਬੈਠੇਗਾ ਬੁਰੀ ਆਦਤ ਲੱਗ ਜਾਂਦੀ, ਕਿਸੇ ਵਿਸ਼ਈ ਬੰਦੇ ਕੋਲ ਬੈਠੇਗਾ ਬੰਦਾ ਉਹੋ ਜਿਹਾ ਹੋ ਜਾਂਦਾ ਹੈ। ਫਿਰ ਉਹ ਟੀਚਰ ਨੇ ਜਵਾਬ ਕਹਿੰਦਾ ਵੀ ਹੁਣ ਤੂੰ ਮੇਰੇ ਯੋਗ ਨਹੀਂ ਰਿਹਾ, ਹੁਣ ਤੂੰ ਵਿਦਿਆ ਨਹੀਂ ਪ੍ਰਾਪਤ ਕਰ ਸਕਦਾ। ਉਹਨੇ ਜਵਾਬ ਦੇ ਦਿੱਤਾ। ਇਸ ਗੱਲ ਦਾ ਪਤਾ ਲੱਗਾ ਉਸ ਰਾਜੇ ਨੂੰ ਵੀ ਦੀਵਾਨ ਦੇ ਪੁੱਤਰ ਨੇ ਕੁਕਰਮ ਕੀਤਾ। ਉਹਨੇ ਦੇਸ਼ ਨਿਕਾਲਾ ਦੇ ਦਿੱਤਾ, ਕਹਿੰਦਾ ਵੀ ਇਹ ਮੇਰੇ ਦੇਸ਼ 'ਚ ਨਹੀਂ ਰਹਿ ਸਕਦਾ। ਉਦੋਂ ਐਵੇਂ ਹੀ ਰਾਜੇ ਕਰ ਦਿੰਦਾ। ਫਿਰ ਉਹ ਚਲਾ ਗਿਆ ਜੀ, ਇੱਕ ਜੰਗਲ 'ਚ ਰਹਿੰਦਾ ਆਪਣੀ ਝੌਂਪੜੀ ਪਾ ਕੇ। ਉੱਥੇ ਇਹਦੇ ਬੱਚੇ ਹੋਏ, ਉੱਥੇ ਸਾਧੂ ਚਲੇ ਗਏ। ਉਹ ਇਹਦੇ ਘਰੇ ਇੱਕ ਬੱਚੇ ਦਾ ਜਨਮ ਹੋਣ ਵਾਲਾ ਸੀ। ਇਹਨੇ ਉਹਨਾਂ ਸਾਧੂਆਂ ਨੂੰ ਕੁਝ ਸਿਖਾਇਆ, ਤੇ ਉਹਨਾਂ ਨੇ ਕਿਹਾ, ਜਦੋਂ ਅਜਾਮਲ ਨੇ, ਉਹਦੀ ਘਰਵਾਲੀ ਨੇ ਸੇਵਾ ਕੀਤੀ,
ਉਹਨਾਂ ਸਾਧੂਆਂ ਦੇ ਉਹਨੇ ਕਿਹਾ ਵੀ ਜਿਹੜਾ ਪੁੱਤਰ ਜਨਮ ਲਏਗਾ ਨਾਮ ਨਰੈਣ ਰੱਖਿਓ। ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਰੀ ਘਟਨਾ ਦਰਜ ਹੈ, ਉਹਦਾ ਨਾਮ ਨਰੈਣ ਰੱਖਿਓ ਤੇ ਉਹ ਤੁਹਾਡਾ ਪੁੱਤਰ ਤੁਹਾਨੂੰ ਮੁਕਤੀ ਦਿਵਾਏਗਾ। ਇੱਕ ਬਹਾਨਾ ਬਣਿਆ ਪੁੱਤਰ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਹਿੰਦੇ ਉਹ ਪੁੱਤਰ ਨਾਲ ਬੜੀ ਪ੍ਰੀਤ ਕਰਦਾ ਸੀ ਜਾਮਲ। ਅਜਾਮਲ ਖੋਟਾ ਬੰਦਾ ਹੈ, ਵਿਸ਼ਈ ਬੰਦਾ ਹੈ, ਨਸ਼ਈ ਬੰਦਾ ਹੈ, ਵਕਾਰ ਭੋਗਣ ਵਾਲਾ, ਪਰ ਉਹ ਪੁੱਤਰ ਨਾਲ ਬੜਾ ਪਿਆਰ ਕਰਦਾ ਸੀ। ਅੰਤਲਾ ਸਮਾਂ ਇਹਦਾ ਆਇਆ ਅਜਾਮਲ ਦਾ, ਬੜਾ ਦੁਖੀ ਸੀ, ਬਿਮਾਰੀ ਲੱਗ ਗਈ ਕਿਉਂਕਿ ਮਾਸ ਖਾਂਦਾ ਸੀ, ਇਹਨੂੰ ਜੰਗਲ 'ਚ ਹੋਰ ਕੁਝ ਮਿਲਦਾ ਨਹੀਂ। ਜਾਨਵਰ ਇੱਕ ਤਾਂ ਮਾਰਨਾ ਵੀ ਜਾਨਵਰ ਪਾਪ ਹੈ, ਉਹ ਮਾਸ ਖਾਣਾ ਵੀ, ਉਹਨੂੰ ਰੋਜ਼ ਜਿਹੜਾ ਮਾਸ ਖਾਂਦੇ ਸਰੀਰ ਨੂੰ ਰੋਗ ਵੀ ਲੱਗ ਜਾਂਦੇ ਆ। ਮਾਸ ਕੋਈ ਸਾਡੀ ਖੁਰਾਕ ਤੇ ਨਹੀਂ ਹੈ। ਜਦੋਂ ਅਸੀਂ ਕੁਦਰਤੀ ਤੌਰ ਤੇ ਉਲਟ ਕੋਈ ਚੀਜ਼ ਖਾਵਾਂਗੇ ਫਿਰ ਉਹ ਸਾਡੇ ਸਰੀਰ ਤੇ ਉਹ ਅਸਰ ਪੈਂਦੀ ਹੈ, ਉਹ ਮੱਤ ਤੇ ਵੀ ਅਸਰ ਪੈਂਦਾ। ਖਾਣੇ ਦਾ ਸਰੀਰ ਵੀ ਰੋਗੀ ਹੁੰਦਾ ਹੈ। ਖਸਮ ਵਸਾਰ ਕੀਏ ਰਸ ਭੋਗ, ਰੱਬ ਤੇ ਗੁਰੂ ਦੀ ਮਰਿਆਦਾ ਨੂੰ ਲਾਂਭੇ ਰੱਖ ਕੇ ਜਦੋਂ ਰਸ ਭੋਗਾਂਗੇ ਨਾ ਅਸੀਂ, ਤੇ ਮਹਾਰਾਜ ਕਹਿੰਦੇ ਫਿਰ ਉਹ ਤਨ ਤੇ ਰੋਗ ਆਣ ਕੇ ਲੱਗ ਜਾਂਦੇ। ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਫਿਰ ਉਹ ਰੋਗ ਜਿਹੜੇ ਉੱਥੋਂ ਪੈਦਾ ਹੋਏ ਸੀ, ਉਹ ਬੜਾ ਦੁਖੀ, ਉਹਦੀ ਜਾਨ ਨਿਕਲ ਤੇ ਆਈ। ਜਾਮਨ ਮਰਨ ਲੱਗਾ ਜਦੋਂ ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ ਹੈ, ਨਰੈਣ ਮੈਨੂੰ ਬਚਾ ਨਰੈਣ। ਦੁਖੀ ਬੰਦਾ ਤੇ ਉਹ ਦਿਨ ਰਾਤ ਸੌਂਦਾ ਹੀ ਨਹੀਂ, ਉਹਨੂੰ ਨਾ ਰਾਤ ਨੂੰ ਨੀਂਦ, ਸਰੀਰ ਨੂੰ ਬਿਮਾਰੀ ਲੱਗ ਗਈ। ਦਿਨ ਰਾਤ ਨਰੈਣ ਮੈਨੂੰ ਕਿਤੇ ਲੈ ਜਾ, ਨਰੈਣ ਮੈਨੂੰ ਬਚਾ, ਕਹਿੰਦਾ ਪੁੱਤਰ ਨੂੰ ਸੀ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਪ੍ਰੀਤ ਤੇ ਉਹਦੀ ਪੁੱਤਰ ਨਾਲ ਸੀ, ਰੱਬ ਦਾ ਨਾਮ ਨਹੀਂ ਸੀ ਇਹਨੇ ਜਪਿਆ। ਕਾਰਨ ਨਰੈਣ ਬੁਲਾਰੇ, ਨਰੈਣ ਨਰੈਣ ਕਹਿ ਕੇ ਉਹਨੂੰ ਸੱਦਦਾ ਸੀ। ਬੜੇ ਪਿਆਰੇ ਬੋਲ ਨੇ ਵੀ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਕਾਰਨ ਨਰੈਣ ਬੁਲਾਰੇ, ਮੇਰੇ ਠਾਕੁਰ ਕਹੇ ਮਨ ਭਾਏ ਭਾਵਣੀ ਜਬ ਕੰਕਰ ਮਾਰ। ਕਹਿੰਦੇ ਨਰੈਣ ਕਿਹਾ, ਇਹਦੇ ਮੁਖ ਤੋਂ ਰੱਬ ਨੂੰ ਚੰਗਾ ਲੱਗ ਗਿਆ। ਆਵਾਜ਼ ਪੁੱਤਰ ਨੂੰ ਮਾਰਦਾ, ਨਰੈਣ ਪੁੱਤਰ ਦਾ ਨਾਮ। ਸਾਧੂਆਂ ਨੇ ਕਿਹਾ ਇਹਦਾ ਨਾਮ ਨਰੈਣ ਰੱਖ ਦੇ, ਭਲਾ ਹੋਏਗਾ ਤੇਰਾ। ਉਹ ਸਾਧੂਆਂ ਨੇ ਇਸ ਕਰਕੇ ਕਿਹਾ ਨਾ ਵੀ ਉਤਰਾ ਤੇ ਇਹਨੇ ਜਪਣਾ ਕੋਈ ਨਹੀਂ ਹੈ, ਉਤਰਾ ਨੇ ਜਪਣਾ ਕੋਈ ਨਹੀਂ। ਇੱਥੇ ਨਾ ਇੱਕ ਗੁਰਮੁਖ ਪਿਆਰਾ ਰਿਹਾ, ਉਹ ਡੈਥ ਹੋ ਗਈ ਉਹਨਾਂ ਦੀ, ਮੀਤ ਮੈਜਰ। ਉਹਨੇ ਆਪਣੇ ਪੁੱਤਰਾਂ ਦਾ ਨਾਮ ਰੱਖਿਆ, ਇੱਕ ਦਾ ਸਤਨਾਮ ਤੇ ਇੱਕ ਦਾ ਵਾਹਿਗੁਰੂ। ਅਸੀਂ ਪੁੱਛਿਆ, ਇੱਕ ਵਾਰੀ ਗਏ ਉਹਨਾਂ ਦੇ ਘਰੇ ਵੀ ਤੁਸੀਂ ਸਤਨਾਮ, ਕਹਿੰਦੇ ਜੀ ਉਸ ਤਰ੍ਹਾਂ ਦੇ ਨਾਮ ਨਹੀਂ ਲਿਆ ਜਾਂਦੇ, ਇਹਨਾਂ ਨੂੰ ਕਿਤੇ ਆਵਾਜ਼ ਮਾਰਾਂਗੇ ਤੇ ਸਤਨਾਮ ਵਾਹਿਗੁਰੂ ਦੇ ਮੁਖ ਤੋਂ ਨਿਕਲੇਗਾ ਨਾ। ਉਹ ਪੁੱਤਰ ਦਾ ਨਾਮ ਇੱਕ ਦਾ ਸਤਨਾਮ ਰੱਖਿਆ, ਦੂਸਰੇ ਦਾ ਵਾਹਿਗੁਰੂ ਸਿੰਘ ਰੱਖਿਆ, ਇੱਕ ਸਤਨਾਮ ਸਿੰਘ। ਵੀ ਚਲੋ ਕਿਤੇ ਨਾਮ ਰੱਖੇ, ਜਪ ਮਨ ਸਤਨਾਮ ਸਦਾ ਸਤਨਾਮ, ਕਿਤੇ ਰੱਬ ਨਾਲ ਹੀ ਸੁਰਤੀ ਜੁੜਦੇ। ਚਲੋ ਇਹ ਬਹਾਨੇ ਸਾਨੂੰ ਵੈਸੇ ਰੱਬ ਯਾਦ ਆ ਜੇ, ਇਹ ਬਣਾਉਣੇ ਵੀ ਚਾਹੀਦੇ ਆ। ਮਾਲਾ ਗੁਰੂ ਗ੍ਰੰਥ ਸਾਹਿਬ 'ਚ ਰੋਕੀ ਹੈ ਨਹੀਂ, ਕੋਈ ਮਾਲਾ ਪਕੜ ਕੇ ਨਹੀਂ ਅਸੀਂ ਜਿਹੜੀ ਚੀਜ਼ ਰੱਬ ਨੂੰ ਚੇਤੇ ਕਰਾ ਦਿਓ ਮਾੜੀ ਵੀ ਨਹੀਂ ਅਸੀਂ ਕਹਿ ਸਕਦੇ। ਮੰਨ ਲਓ ਤੁਸੀਂ ਹੁਣ ਨਹੀਂ ਜਪਦੇ ਹੋ, ਜਪਣ ਦੀ ਇੱਛਾ ਹੈ ਤੇ ਤੁਹਾਡੇ ਤੋਂ ਜਪਿਆ ਵੀ ਨਹੀਂ ਜਾਣਾ ਜੇ ਧਿਆਨ ਨਹੀਂ ਜਾਏਗਾ। ਕਿਤੇ ਬਹਿੰਦੇ ਉੱਠਦਿਆਂ ਤੁਹਾਡਾ ਧਿਆਨ ਚਲਾ ਗਿਆ, ਘੜੀ ਦੀ ਥਾਂ ਤੇ ਮਾਲਾ ਹੈ, ਜਦੋਂ ਮਾਲਾ ਧਿਆਨ ਕਰੇਗਾ ਉਹ ਲੈ ਜਾਣੀ ਹੱਥ 'ਚੋਂ, ਤੁਹਾਡੇ ਹੱਥ 'ਚ ਆ ਜਾਏਗੀ। ਕਿਤੇ ਨਾ ਕਿਤੇ ਤੁਸੀਂ 2 4 10 ਵਾਰੀ 2 4 ਮਾਲਾ 10 ਮਾਲਾ ਰੋਜ਼ ਫੇਰ ਹੀ ਲੈਣੀਆਂ, ਜਿਹੜੀ ਉਹ ਮਾਲਾ ਫਿਰ ਮਾੜੀ ਨਹੀਂ ਜਿਹਦੇ ਕਰਕੇ ਤੁਹਾਨੂੰ ਰੱਬ ਚੇਤੇ ਆ ਜਾਏ। ਜਿਹੜੀ ਚੀਜ਼ ਸਾਨੂੰ ਰੱਬ ਚੇਤੇ ਕਰੋ। ਤਸਵੀਰਾਂ ਆ ਗੁਰੂ ਸਾਹਿਬਾਨਾਂ ਦੀਆਂ ਨਹੀਂ ਜਿਹੜੀਆਂ ਅਸੀਂ ਲਾਈਆਂ ਘਰੇ, ਉਹਨਾਂ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਚੇਤੇ ਆ ਜਾਣ, ਫਿਰ ਉਹ ਪ੍ਰਵਾਨ ਹੈ ਤਸਵੀਰ ਵੀ। ਵੈਸੇ ਉਹ ਗੁਰੂ ਨਾਨਕ ਸਾਹਿਬ ਦੀ ਤਸਵੀਰ ਨੇ, ਪਰ ਕਿਸੇ ਨੂੰ ਤਸਵੀਰ ਨੂੰ ਵੇਖਿਆ ਗੁਰੂ ਨਾਨਕ ਸਾਹਿਬ ਯਾਦ ਆ ਜਾਣ, ਉਹ ਵੀ ਚੰਗੀ ਗੱਲ ਹੈ। ਉਹ ਠਾਕੁਰ ਕਹਿ ਮਨ ਭਾਏ ਭਾਵਣੀ ਜਮ ਕੰਕਰ ਮਾਰ ਮਦਾਰੇ, ਉਹ ਜਮ ਕੰਕਰ ਜਮ ਲੈਣ ਆਏ। ਕਹਿੰਦੇ ਉਹ ਨਰੈਣ ਕਹਿੰਦੇ ਆ ਜਮ ਦੂਰ ਕਰ ਦਿੱਤੇ ਰੱਬ ਨੇ, ਤੇ ਫਿਰ ਕੀ ਹੋਇਆ, ਅਜਾਮਲ ਰੱਬ ਦੇ ਘਰ ਹੀ ਪ੍ਰਵਾਨ ਹੋ ਗਿਆ। ਮਹਾਰਾਜ ਨੇ ਬਚਨ ਕਹੇ ਨਾ, ਕਲ ਮੈਂ ਹਰ ਕੋ ਨਾਮ ਭੈ ਨਾਸਣ ਦੁਰਮਤ, ਭੈੜੀ ਮਤ ਨਾਮ ਦੂਰ ਕਰ ਦਿੰਦਾ ਹੈ। ਅਗਲੀ ਪੰਕਤੀਆਂ ਵੀ, ਪੰਚਾਲੀ ਕੋ ਰਾਜ ਨਾ ਜਾ ਕੋ ਸਿਮਰ ਅਜਾਮਲ ਉਦਰਿਓ, ਗਣਕਾ ਹੂੰ ਗਤ ਪਾਈ। ਗਣਕਾ ਵੀ ਇੱਕ ਪਾਪਣ ਹੈ, ਇਹਦੀ ਵੀ ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ ਹੈ। ਇਹਨੂੰ ਉਹ ਮਹਾਂਪੁਰਖ ਨੇ ਤੋਤਾ ਦਿੱਤਾ ਸੀ, ਤੋਤੇ ਨੂੰ ਮਹਾਂਪੁਰਖ ਕਹਿੰਦੇ ਰਾਮ ਰਾਮ ਜਪਾਇਆ ਕਰ, ਤੋਤੇ ਨੂੰ ਰਾਮ ਰਾਮ ਜਪਾਉਂਦੀ ਰਾਮ ਨਾਲ ਹੀ ਜੁੜ ਜਾਂਦੀ ਹੈ, ਇਹਨੂੰ ਵੀ ਰੱਬ ਦੇ ਘਰੇ ਜਗ੍ਹਾ ਮਿਲਦੀ ਹੈ। ਭੈ ਨਾਸਣ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ, ਇਹ ਕਲੇਛਾਂ ਭਰੇ ਸੰਸਾਰ 'ਚ ਨਾਮ ਜਿਹੜਾ ਇਹਨੂੰ ਦੁਰਮਤ ਦੂਰ ਕਰ ਦਿੰਦਾ। ਭੈੜੀ ਮੱਤ ਅੰਦਰੋਂ ਦੂਰ ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇ ਕਹਿ। ਨਾਮ ਦੇ ਰੰਗ ਨਾਲੋਂ ਜਿਹੜੀ ਭੈੜੀ ਮੱਤ ਤੇ ਸਾਰੇ ਡਰ ਦੂਰ ਹੋ ਜਾਂਦੇ।
ਕਲ ਦਾ ਅਰਥ ਇੱਥੇ ਚਲੋ ਕਲਯੁਗ ਵੀ ਕਹਿ ਸਕਦੇ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਤਾਂ ਕਲਯੁਗ 'ਚ ਹੀ ਹੋਇਆ ਸੀ। ਚਲੋ ਕਈਆਂ ਨੇ 4 ਯੁੱਗਾਂ ਦੀ ਗੱਲ ਕੀਤੀ, ਬੁਰਿਆਈ ਸ਼ੁਰੂ ਤੋਂ ਹੀ ਹੈ। ਹਾਂ, ਸਤਯੁਗ ਸੱਚ ਕਹੇ ਸਭ ਕੋਈ ਹੋ ਸਕਦਾ ਹੈ, ਪੁਰਾਤਨ ਸਮੇਂ ਬਹੁਤੇ ਸੱਚੇ ਮਨੁੱਖ ਹੋਣਗੇ। ਅੱਜ ਥੋੜੇ ਜਿਹੇ ਹੋਰ ਪਾਸੇ ਨੂੰ ਚਲੇ ਗਏ। ਜਿਵੇਂ ਆਪਾਂ ਆਪਣੇ ਵਡੇਰਿਆਂ ਦੀ ਗੱਲ ਕਰੀਏ, ਸਾਡੇ ਦਾਦੇ ਪੜਦਾਦਿਆਂ ਦੇ ਸਾਡੇ ਨਾਲੋਂ ਚੰਗੇ ਗੁਣ ਸਨ ਉਹਨਾਂ ਦੇ ਅੰਦਰ। ਹੁਣ ਕਿਹੋ ਜਿਹੀ ਸੰਸਾਰ ਦੀ ਦਸ਼ਾ ਹੋ ਗਈ ਹੈ। ਹੁਣ ਤੇ ਕਿੰਨਾ ਮਾਂ ਪਿਓ ਦਾ ਉਦੋਂ ਸਤਿਕਾਰ ਸੀ, ਲੋਕ ਕਿੰਨਾ ਢੁੱਕ ਕੇ ਲੋਕਾਂ ਦੇ ਘਰਾਂ 'ਚ ਬਹਿੰਦੇ ਸਨ। ਵਿਆਹ ਸ਼ਾਦੀ ਤੇ ਕੋਈ ਸਰੀਰ ਤੁਰ ਜਾਂਦਾ ਸੀ, ਕਿੰਨਾ ਮੋਹ ਪਿਆਰ ਕਿੰਨੇ। ਹੁਣ ਬੜਾ ਸਮਾਂ ਬਦਲ ਗਿਆ ਹੈ। ਹੁਣ ਤੁਸੀਂ ਕਿਸੇ ਦੇ ਘਰੇ ਚਲੇ ਜਾਓ, ਤੁਹਾਡੇ ਵਾਸਤੇ ਟਾਈਮ ਹੀ ਨਹੀਂ ਉਹਦੇ ਕੋਲ। ਤੁਹਾਨੂੰ ਉੱਥੋਂ ਕਈ ਵਾਰੀ ਪ੍ਰੋਗਰਾਮ 1-2 ਰਾਤਾਂ ਦਾ ਬੰਦਾ ਬਣਾ ਕੇ ਜਾਂਦਾ ਤੇ ਉੱਥੇ ਫਿਰ ਜਾ ਕੇ ਵੀ ਕਹਿੰਦੇ ਇੱਥੇ ਮੈਂ ਕੀ ਕਰਨਾ, ਘਰੇ ਚੱਲਦੇ ਵਾਪਸ ਜਾਣਾ ਚਾਹੀਦਾ। ਹੁਣ ਕੋਈ ਹੁਣ ਤੇ ਪੈਸੇ ਕਰਕੇ ਰਿਸ਼ਤੇਦਾਰੀਆਂ, ਪੈਸੇ ਕਰਕੇ ਪਿਆਰ, ਪੈਸੇ ਕਰਕੇ ਸੱਜਣ ਮਿੱਤਰ, ਪੈਸੇ ਕਰਕੇ ਮਨੁੱਖ ਇੰਨਾ ਪੈਸੇ ਦੇ ਪਿੱਛੇ ਭੱਜਦੇ, ਸਾਰਿਆਂ ਨੂੰ ਪਿੱਛੇ ਛੱਡ ਗਿਆ। ਨਾ ਕੋਈ ਮੋਹ ਪਿਆਰ, ਨਾ ਕੋਈ ਕਿਸੇ ਤਰ੍ਹਾਂ ਦਾ ਕੋਈ। ਹੁਣ ਤੇ ਬਸ ਰਿਸ਼ਤੇ ਵੀ ਸਾਡੇ ਪੈਸੇ ਕਰਕੇ ਜੁੜਦੇ ਆ। ਸੌਦੇਬਾਜ਼ੀ ਹੁੰਦੀ ਹੁਣ ਧੀਆਂ ਪੁੱਤਰਾਂ ਦੇ ਵਿਆਹ ਤੋਂ ਪਹਿਲਾਂ ਇੰਨੇ ਦੇ ਦਿਓ ਜੀ, ਆਹ ਕਰਾਂਗੇ ਜੀ, ਉਹ ਕਰਾਂਗੇ। ਇਹ ਤੇ ਬੜੀ ਸਾਡੇ ਸਿੱਖਾਂ ਵਾਸਤੇ ਤੇ ਬੜੀ ਸ਼ਰਮ ਵਾਲੀ ਗੱਲ ਹੈ ਵੀ ਬੱਚਿਆਂ ਦੇ ਵਿਆਹ ਤੋਂ ਪਹਿਲਾਂ ਸੌਦੇਬਾਜ਼ੀਆਂ ਕਰ ਲੈਣੀਆਂ। ਕਿਹੋ ਜਿਹਾ ਸਮਾਂ ਉਹ ਮਹਾਰਾਜ ਨੇ ਲਿਖ ਕੇ ਦਿੱਤਾ। 12 ਦੇ ਵਧੀਕ ਵਿਚਾਰ ਆਪਾਂ ਕੀਤੀ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮੇਤ ਨਾ ਰਹਿਓ ਕੋਈ। ਭਾਈ ਬੰਦੀ ਹੇਤ ਚਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਧਰਮ ਤੋਂ ਡਿੱਗ ਪਿਆ ਦੁਨੀਆ ਦੀ ਖਾਤਰ। ਦੁਨੀਆ ਨੇ ਕਿਹੜਾ ਨਾਲ ਜਾਣਾ, ਉਹ ਮੂਰਖ ਨੇ ਆਪਣੇ ਪੈਰ ਤੇ ਆਪੇ ਹੀ ਕੁਹਾੜਾ ਮਾਰ ਲਿਆ। ਰੱਬ ਨੂੰ ਜਪਣ ਆਇਆ, ਸੰਸਾਰ ਨਾਲ ਜੁੜ ਕੇ ਬਹਿ ਗਿਆ। ਮਰਜ਼ ਕਹਿੰਦੇ ਆ ਵੀ ਕਰਤਾ ਰਾਮ ਪਛਾਣ, ਕਰਤੇ ਰਾਮ ਨੂੰ ਪਛਾਣ। ਕਲ ਮੈਂ ਹਰ ਕੋ ਨਾਮ, ਕਲਯੁਗ ਚ ਨਾਮ ਹੀ ਜਿਹੜਾ ਨਾ ਉਹ ਭੈ ਨਾਸਨ ਤੇ ਦੁਰਮਤ ਹਰਨ ਹੈ। ਨਿਸ ਦਿਨ ਜੋ ਨਾਨਕ ਭਜੈ, ਨਿਸ ਦਿਨ ਦਾ ਅਰਥ ਦਿਨ ਰਾਤ ਜਿਹੜਾ ਭਾਈ ਪ੍ਰਮਾਤਮਾ ਦਾ ਭਜਨ ਕਰਦਾ ਹੈ। ਕਰੈ ਨ ਜਮ ਕੈ ਤਾਮ, ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ, ਉਹਦੇ ਕੰਮ ਸਫਲ ਹੋ ਜਾਂਦੇ। ਹਰ ਹਰ ਚਰਨ ਹਿਰਦੇ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ। ਹਮਾਰੇ ਇੱਥੋਂ ਹੀ ਕੱਲ ਦੀ ਵਿਚਾਰ ਆਪਾਂ ਰੱਬ ਕਰਾਂਗੇ ਜੀ। ਭੁੱਲਾਂ ਚੁੱਕਾਂ